ਸੋਰਠ ਮਹਿਲਾ ਪਹਿਲਾ। ਦੋ ਤੁਕੇ। ਪੁੜ ਧਰਤੀ ਪੁੜ ਪਾਣੀ ਆਸਣ, ਚਾਰ ਕੁੰਟ ਚੌਬਾਰਾ। ਸਗਲ ਭਵਨ ਕੀ ਮੂਰਤ ਏਕਾ, ਮੁਖ ਤੇਰਾ ਟਕਸਾਲਾ। ਪੁੜ ਧਰਤੀ ਪੁੜ ਪਾਣੀ ਆਸਣ, ਚਾਰ ਕੁੰਟ ਚੌਬਾਰਾ। ਸਗਲ ਭਵਨ ਕੀ ਮੂਰਤ ਏਕਾ, ਮੁਖ ਤੇਰਾ ਟਕਸਾਲਾ। ਮੇਰੇ ਸਾਹਿਬਾ ਤੇਰੇ ਚੂਜ ਵਿਡਾਣਾ, ਜਲ ਥਲ ਮਹੀਅਲ ਭਰਪੁਰ ਲੀਣਾ। ਆਪੇ ਸਰਬ ਸਮਾਣਾ। ਰਹਾਉ ਜਹ ਜਹ ਦੇਖਾ, ਤਹ ਜੋਤ ਤੁਮਹਾਰੀ। ਤੇਰਾ ਰੂਪ ਕਿਨੇਹਾ, ਇਕਤ ਰੂਪ ਫਿਰਹਿ ਪਰਛੰਨਾ। ਕੋਈ ਨ ਕਿਸਹੀ ਜਿਹਾ, ਅੰਡਜ ਜੀਰਜ ਉਤਭੁਜ ਸੇ ਤਜ। ਤੇਰੇ ਕੀਤੇ ਜਨਤਾ, ਏਕ ਪੁਰਬ ਮੈਂ ਤੇਰਾ ਦੇਖਿਆ। ਤੂੰ ਸਭਨਾ ਮਾਹਿ ਰਵੰਤਾ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਹਿਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ
ਅੱਜ ਵੀ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ ਹੈ ਅਤੇ ਸਾਡੇ ਵਾਸਤੇ ਉਪਦੇਸ਼ ਹੈ, ਜੇ ਲੋੜਹਿ ਵਰ ਬਾਲੜੀਏ ਤਾਂ ਗੁਰ ਚਰਣੀ ਚਿੱਤ ਲਾਏ ਰਾਮ। ਫਿਰ ਕੀ ਹੋ ਜਾਏਗਾ? ਕਹਿਣ ਕਿ ਸਦਾ ਹੋਵੇ ਸੁਹਾਗਣੀ। ਜੇ ਤੇਰੇ ਚਿੱਤ ਵਿੱਚ ਚਾਉ ਹੈ ਆਪਣੇ ਸਾਹਿਬ ਨੂੰ ਮਿਲਣ ਦਾ, ਆਪਣੇ ਸਾਜਨ ਨੂੰ ਮਿਲਣ ਦਾ, ਤੇ ਭਾਈ ਗੁਰੂ ਕੇ ਚਰਨਾਂ 'ਚ ਚਿੱਤ ਲਾਉਣਾ ਪੈਣਾ ਹੈ। ਤੇ ਗੁਰੂ ਚਰਨਾਂ 'ਚ ਚਿੱਤ ਲਾਓਗੇ ਤੇ ਮਿਲੇਗਾ, ਤੇ ਜੋ ਇੱਕ ਵਾਰ ਮਿਲ ਗਿਆ ਤੇ ਫਿਰ ਕਦੇ ਵਿਛੋੜਾ ਨਹੀਂ ਹੋਏਗਾ। ਆ ਸੰਸਾਰ ਦਾ ਵਿੱਚ ਜੋ ਸ਼ਬਦ ਹੈ ਨਾ, ਸੁਹਾਗਣ ਤੇ ਆਦਿਕ ਦੁਹਾਗਣ, ਇਹ ਸੰਸਾਰ ਤੱਕ ਸੀਮਿਤ ਨੇ। ਅਧਿਆਤਮ ਦੇ ਵਿੱਚ ਇਹਨਾਂ ਦੀ ਕੀਮਤ ਅਲੱਗ ਰੰਗ 'ਚ ਪੈਂਦੀ ਹੈ। ਇੱਥੇ ਸ਼ਬਦ ਸਦਾ ਹੋਵੇ ਸੁਹਾਗਣੀ। ਸਦਾ ਦਾ ਸੁਹਾਗ ਸੰਸਾਰ ਹੀ ਨਹੀਂ ਹੋ ਸਕਦਾ। ਸੰਸਾਰ ਵਿੱਚ ਐਸਾ ਸੰਭਵ ਨਹੀਂ ਹੈ, ਪਰ ਅਧਿਆਤਮ ਦੇ ਵਿੱਚ ਸਦੀਵ ਕਾਲ ਵਾਸਤੇ ਸੰਭਵ ਹੈ। ਇੱਕ ਵਾਰ ਜਦੋਂ ਕਿਸੇ ਜੀਵਾਤਮਾ ਦਾ ਸੰਬੰਧ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ, ਫਿਰ ਕਦੇ ਨਾ ਵਿਛੜਦਾ। ਫਿਰ ਵਿਛੋੜਾ ਕਦੇ ਨਾ ਥੇਵੀ ਬਲਰਾਮ ਜੀਓ, ਫਿਰ ਕਦੇ ਨਹੀਂ ਵਿਛੜਦਾ। ਅਸਾਂ ਨੇ ਇਹ ਯਤਨ ਕਰਨਾ ਹੈ ਕਿ ਸਾਨੂੰ ਵੀ ਆਪਣੇ ਨਾਲ ਮਿਲਾ ਲਵੇ। ਅਰਦਾਸ ਕਰਦੇ ਰਿਹਾ ਕਰੀ ਸੱਚੇ ਪਾਤਸ਼ਾਹ, ਮੇਲ ਲਿਹੋ ਦਿਆਲ ਢਹਿ ਪਏ ਦਵਾਰਿਆ, ਰੱਖ ਲਿਵੋ ਦੀਨ ਦਿਆਲ ਭਰਮਤ ਬਹਾਰਿਆ। ਅਤੇ ਉਸ ਦੇ ਨਾਲ, ਉਸ ਦੀਨ ਦਿਆਲ ਦੇ ਨਾਲ ਜਿਹਦੇ ਨਾਲ ਮਿਲਣਾ ਚਾਹੁੰਦੇ ਹਾਂ, ਉਹਦਾ ਨਿਵਾਸ, ਉਹਦਾ ਸਰੂਪ, ਉਹਦਾ ਆਸਨ ਕੈਸਾ ਹੈ? ਕਿਉਂਕਿ ਜਿਸ ਨੂੰ ਵੀ ਮਿਲਣ ਜਾਈਏ ਉਹਦੇ ਬਾਰੇ ਕੁਝ ਤਾਂ ਪਤਾ ਹੋਣਾ ਚਾਹੀਦਾ ਨਾ। ਅਸੀਂ ਕਿਸ ਨੂੰ ਮਿਲਣ ਚੱਲੇ ਹਾਂ? ਸੱਜਣ ਮਿੱਤਰਾਂ ਨੂੰ ਅਸੀਂ ਘਰਾਂ 'ਚ ਦੇਖਦੇ ਹਾਂ, ਉਹਦਾ ਪੂਰਾ ਅਤਾ ਪਤਾ ਐਡਰੈਸ ਜਿਹਨੂੰ ਆਪਾਂ ਕਹਿੰਦੇ ਹਾਂ, ਛਾਣ ਕਰਕੇ ਆਪਾਂ ਸਹੀ ਢੰਗ ਨਾਲ ਨੋਟ ਕਰਦੇ ਹਾਂ। ਬਹੁਤੀ ਵਾਰ ਘਰ ਦਾ ਮਕਾਨ ਨੰਬਰ ਆਦਿਕ ਗਲੀ ਮੁਹੱਲਾ ਯਾਦ ਕਰ ਲੈਂਦੇ ਹਾਂ ਵੀ ਲਿਖੀਏ ਪਰਚੀ ਕਿਤੇ ਭੁੱਲ ਗਏ ਤੇ ਯਾਦ ਤੇ ਰਹੇਗਾ। ਸਾਰਾ ਐਡਰੈਸ ਅਸੀਂ ਯਾਦ ਕੀਤਾ ਹੁੰਦਾ, ਫਿਰ ਉਹਨੂੰ ਮਿਲਣ ਜਾਈਦਾ। ਇਸੇ ਤਰ੍ਹਾਂ ਸੱਚੇ ਸਾਹਿਬ ਦੇ ਐਡਰੈਸ ਨੂੰ ਯਾਦ ਕਰ ਲਈਏ, ਸੱਚੇ ਸਾਹਿਬ ਦੇ ਬਾਰੇ ਵੀ ਜਾਣ ਲਈ ਉਹ ਕਿੱਥੇ ਰਹਿੰਦਾ ਹੈ, ਉਹਦਾ ਘਰ ਦਾ ਮਾਹੌਲ ਕਿਹੋ ਜਿਹਾ ਹੈ। ਅੱਜ ਸੰਖਿਪਤ 'ਚ ਜਾਣਕਾਰੀ ਉਹਦੇ ਬਾਰੇ ਜਿੰਨੀ ਵੇਖਣ ਨੂੰ ਸੰਖਿਪਤ ਹੈ ਨਾ, ਉਨੀ ਵਿਸਤ੍ਰਿਤ ਹੈ, ਕਿਉਂਕਿ ਇਹ ਫਿਲਾਸਫਿਕਲ ਪੱਖ ਹੈ, ਬਹੁਤ ਗਹਿਰੇ ਨੇ। ਪੁੜ ਧਰਤੀ, ਪੁੜ ਪਾਣੀ, ਆਸਣ। ਪੁੜ ਬੜਾ ਪੁਰਾਣਾ ਪੰਜਾਬੀ ਦਾ ਸ਼ਬਦ ਹੈ, ਅੱਜ ਕੱਲ੍ਹ ਬੋਲਚਾਲ ਵਿੱਚ ਨਹੀਂ ਹੈ, ਕਿਉਂਕਿ ਚੱਕੀਆਂ ਦਾ ਹਿਸਾਬ ਕਿਤਾਬ ਵੀ ਬਦਲ ਗਿਆ। ਨਹੀਂ ਤਾਂ ਘਰ ਘਰ ਚੱਕੀ ਹੋਣੀ ਅਤੇ ਘਰ ਘਰ ਪੁੜ ਦੀ ਚਰਚਾ ਹੁੰਦੀ ਰਹਿਣੀ। ਹੁਣ ਉਹ ਸਾਰਾ ਕੁਝ ਮਸ਼ੀਨੀ ਅਤੇ ਬਾਜ਼ਾਰਾਂ ਵਿੱਚ ਚਲਾ ਗਿਆ। ਹੋ ਸਕਦਾ ਉੱਥੇ ਸ਼ਬਦ ਕਿਤੇ ਕਿਤੇ ਚੱਕੀਆਂ ਚੱਲਦੀਆਂ ਨੇ, ਉਹਨਾਂ ਦੇ ਵਿੱਚ ਪੰਜਾਬੀਅਤ ਵਿੱਚ ਇਹ ਬੋਲ ਵਰਤਿਆ ਜਾਂਦਾ ਹੋਵੇ, ਨਹੀਂ ਤਾਂ ਆਮ ਸਾਡੇ ਬੋਲਚਾਲ 'ਚ ਹੁਣ ਨਹੀਂ ਸੁਣੀਦਾ। ਚੱਕੀ ਦੇ ਦਿਓ ਪੱਥਰ, ਜਿਨ੍ਹਾਂ 'ਚੋਂ ਇੱਕ ਟਿਕਿਆ ਹੁੰਦਾ ਅਤੇ ਇੱਕ ਘੁੰਮਦਾ ਰਹਿੰਦਾ। ਪੁਰਾਣੀ ਭਾਸ਼ਾ ਪੰਜਾਬੀ 'ਚ ਉਹਨੂੰ ਪੁੜ ਕਹਿੰਦੇ ਸੀ। ਚੱਕੀ ਦੇ ਦੋ ਪੁੜ ਨੇ। ਕਿਤੇ ਕਿਤੇ ਗੁਰਬਾਣੀ 'ਚ ਨੂੰ ਪਾਟ ਵੀ ਕਿਹਾ, ਹਿੰਦੀ ਵਿੱਚ ਉਸਨੂੰ ਪਾਟ ਵੀ ਕਹਿੰਦੇ ਨੇ, ਪੰਜਾਬੀ 'ਚ ਆਪਾਂ ਪੁੜ ਕਹਿੰਦੇ ਹਾਂ। ਦੋ ਪੁੜ ਨੇ ਧਰਤੀ ਦੇ, ਦੋਏ ਪੁੜ ਜੋੜ ਵੀ ਛੋੜੀਆਂ ਨੇ ਵੀ ਇੱਕ ਥਾਂ ਜ਼ਿਕਰ ਹੈ। ਇਹ ਦੋ ਪੁੜ ਨੇ ਸੰਸਾਰ ਦੇ ਵਿੱਚ। ਜਿਵੇਂ ਸਾਰੇ ਸੰਸਾਰ ਦੀ ਚੱਕੀ 'ਚ ਦੋ ਪੁੜ ਹੈ, ਕਰਤਾ ਪੁਰਖ ਦੇ ਦੋ ਪੁੜ ਨੇ। ਇੱਥੇ ਪੁੜਾਂ ਦਾ ਭਾਵ ਇਹ ਪੀਸਦੇ ਨਹੀਂ ਗੇ, ਇਹ ਦੋ ਪੱਖ ਨੇ, ਦੋ ਪਾਸੇ ਨੇ। ਜਿਵੇਂ ਇੱਕ ਹੈ ਛੱਤ ਅਤੇ ਇੱਕ ਫਰਸ਼। ਆ ਸਾਡੇ ਮਕਾਨਾਂ ਦੇ ਦੋ ਪਾਸੇ ਨੇ, ਇੱਕ ਫਰਸ਼ ਹੈ, ਇੱਕ ਛੱਤ ਹੈ। ਪੁੜ ਧਰਤੀ, ਤੇਰੇ ਆਸਣ ਦਾ, ਤੇਰੇ ਟਿਕਾਣੇ ਦਾ ਇੱਕ ਪਾਸਾ ਧਰਤੀ ਹੈ। ਪੁੜ ਪਾਣੀ, ਦੂਸਰਾ ਪਾਸਾ ਪਾਣੀ ਹੈ। ਹੁਣ ਪਾਣੀ ਸਮੁੰਦਰ ਨਹੀਂ, ਪਾਣੀ ਆਕਾਸ਼ 'ਚ ਫਿਰਦਾ ਬੱਦਲ। ਸੰਸਾਰ ਵਿੱਚ ਦੋ ਹੀ ਨਾ ਪਾਸੇ, ਜਿਸ ਨੂੰ ਅਸੀਂ ਦਾਰਸ਼ਨਿਕ ਭਾਸ਼ਾ 'ਚ ਕਹਿੰਦੇ ਹਾਂ, ਇੱਕ ਠੋਸ ਹੈ, ਇੱਕ ਤਰਲ ਹੈ।
ਤੇਰੇ ਵਿਸਤਾਰ ਦੇ ਦੋ ਪਾਸੇ ਨੇ ਔਰ ਸਦੀਵ ਕਾਲ ਵਾਸਤੇ ਇਸੇ ਤਰ੍ਹਾਂ ਚੱਲਦਾ ਹੈ। ਤਰਲਤਾ ਤੋਂ ਠੋਸ ਵੱਲ ਹੁੰਦਾ ਹੈ ਅਤੇ ਠੋਸ ਤੋਂ ਤਰਲਤਾ ਵੱਲ। ਇਹ ਤੇਰਾ ਪਾਸਾ ਵਰਤਦਾ ਰਹਿੰਦਾ ਹੈ। ਉਹੋ ਹੀ ਠੋਸ ਹੋ ਜਾਂਦਾ ਬਰਫ਼ ਕਰਕੇ, ਤਰਲ ਹੋ ਜਾਂਦਾ ਪਾਣੀ ਕਰਕੇ। ਸਾਰੇ ਪਦਾਰਥ ਗਰਮ ਹੋ ਜਾਣ 'ਤੇ ਪਾਣੀ ਵਾਂਗ ਦੌੜਦੇ ਨੇ। ਆ ਚਾਂਦੀ, ਸੋਨਾ, ਲੋਹਾ, ਇਹ ਪਾਣੀ ਵਾਂਗ ਫਿਰਦੇ ਅਸੀਂ ਦੇਖਦੇ ਹਾਂ। ਇਹ ਪਾਣੀ ਵਾਂਗ ਚੱਲਦੇ ਨੇ। ਲੋਹਾ ਵੀ ਗਰਮ ਹੋ ਜਾਏ ਤੇ ਪਾਣੀ ਵਾਂਗ ਚੱਲਦਾ ਹੈ। ਇਹ ਉਹਦੇ ਦੋ ਪਾਸੇ ਨੇ। ਕਰਤਾ ਪੁਰਖ ਦੇ ਜੋ ਸੰਸਾਰ ਪਦਾਰਥ ਉਸ ਰਚਨਾ ਅੱਛੀ ਹੈ, ਉਸ ਸੰਸਾਰ ਪਦਾਰਥ ਦੇ ਦੋ ਪਾਸੇ ਨੇ। ਇੱਕ ਠੋਸ ਹੈ, ਇੱਕ ਤਰਲ ਹੈ। ਇੱਕ ਪੁੜ ਧਰਤੀ ਦਾ ਹੈ, ਇੱਕ ਪੁੜ ਪਾਣੀ ਦਾ ਹੈ। ਪੁੜ ਧਰਤੀ, ਪੁੜ ਪਾਣੀ, ਆਸਣ। ਆਸਣ ਦਾ ਭਾਵ ਹੈ ਇਹਨਾਂ ਦੋਹਾਂ ਦੇ ਵਿਚਕਾਰ ਤੇਰਾ ਆਸਣ ਹੈ, ਪਰ ਦੋਹਾਂ ਦੇ ਵਿੱਚ ਤੇਰਾ ਆਸਣ। ਜਿਵੇਂ ਅਸੀਂ ਕਹੀਏ ਆ ਫਰਸ਼ ਅਤੇ ਛੱਤ ਦੇ ਵਿੱਚ ਸਾਡਾ ਆਸਣ ਹੈ। ਅਸੀਂ ਛੱਤ ਨਾਲ ਵੀ ਜੁੜੇ ਹਾਂ ਅਤੇ ਫਰਸ਼ ਨਾਲ ਵੀ ਜੁੜੇ। ਵੇਖਣ ਨੂੰ ਸਾਡਾ ਸਿਰ ਛੱਤ ਨਾਲ ਜੁੜਿਆ ਕਿ ਨਹੀਂ ਜੁੜਿਆ ਇਹ ਗੱਲ ਸਾਨੂੰ ਸਮਝ ਨਹੀਂ ਆਉਂਦੀ, ਪਰ ਸੱਚ ਇਹ ਹੈ ਕਿ ਛੱਤ ਹੈ ਅਤੇ ਅਸੀਂ ਹਾਂ, ਅਸੀਂ ਹਾਂ ਅਤੇ ਛੱਤ ਹੈ। ਸਾਡਾ ਜੁੜਾਵ ਹੈ। ਇਸੇ ਤਰ੍ਹਾਂ ਫਰਸ਼ 'ਤੇ ਟਿਕੇ ਹੋਏ ਹਾਂ। ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡਾ ਵਿਸਤਾਰ ਕਿੱਦਾਂ ਦਾ ਹੈ? ਸਧਾਰਨਤਾ ਕਹਿੰਦੇ ਨੇ ਵੀ ਜੇ ਤੁਸੀਂ ਧਰਤੀ ਅਤੇ ਆਸਮਾਨ ਦੇ ਵਿੱਚ ਹੋ, ਤੁਸੀਂ ਤਾਂ ਧਰਤੀ ਅਤੇ ਆਸਣ 'ਚ। ਇਸੇ ਨੂੰ ਆਸਾ ਕੀ ਵਾਰ ਚੁੱਕਿਆ, ਦੂਈ ਕੁਦਰਤ ਸਾਜੀ ਹੈ। ਇਹੀ ਤੇ ਕੁਦਰਤ ਹੈ ਜੋ ਤਰਲਤਾ ਤੋਂ ਬਦਲਦੀ ਬਦਲਦੀ ਆਦਰਸ਼ ਹੋ ਜਾਂਦੀ ਹੈ। ਆਦਰਸ਼ਤਾ ਤੋਂ ਤਰਲ ਹੁੰਦੀ ਹੈ, ਵਹਿ ਤੁਰਦੀ ਹੈ ਅਤੇ ਵਹਿ ਤੁਰਦੀ ਤੁਰਦੀ ਜੰਮ ਜਾਂਦੀ ਹੈ, ਠੋਸ ਹੋ ਜਾਂਦੀ, ਪੱਥਰ ਹੋ ਜਾਂਦੀ ਹੈ। ਸਾਰਾ ਕੁਝ ਇੱਦਾਂ ਹੀ ਚੱਲਦਾ ਹੈ। ਆਪਾਂ ਪਾਣੀ ਹੀ ਦੇਖਦੇ ਕਿਉਂਕਿ ਪਾਣੀ ਹੀ ਸਾਰੇ ਜਗਤ ਦਾ ਜੀਵ ਹੈ ਅਤੇ ਸਾਚੇ ਦੀ ਰਚਨਾ ਦਾ ਦੂਸਰਾ ਹਿੱਸਾ ਪਾਣੀ ਹੈ। ਬਹੁਤ ਗਰਮ ਹੋ ਜਾਏ ਅਤੇ ਭਾਫ ਬਣ ਕੇ ਉੱਡ ਜਾਂਦਾ ਹੈ। ਦਰਮਿਆਨਾ ਜਿਹਾ ਹੋਵੇ ਅਤੇ ਸਾਨੂੰ ਪਾਣੀ ਦੇ ਰੂਪ 'ਚ ਮਿਲਦਾ ਹੈ, ਅਤੇ ਜੇ ਬਹੁਤ ਠੰਡਾ ਹੋ ਜਾਏ ਤਾਂ ਬਰਫ਼ ਬਣ ਕੇ ਜੰਮ ਜਾਂਦਾ ਹੈ। ਸੰਸਾਰ 'ਤੇ ਸਾਰੀ ਬ੍ਰਹਮੰਡੀ ਪਸਾਰਾ ਇੱਦਾਂ ਹੀ ਚੱਲਦਾ ਹੈ। ਆ ਵੇਖਣ ਨੂੰ ਸਾਨੂੰ ਲੱਕੜਾਂ ਨਜ਼ਰ ਆਉਂਦੀਆਂ ਨੇ। ਅਸੀਂ ਕਹਾਂਗੇ ਇਹ ਥੋੜ੍ਹਾ ਪਾਣੀ ਉੱਡਦੀ, ਸੜਦੀਆਂ ਨੇ ਅਤੇ ਕੀ ਹੁੰਦਾ, ਪਾਣੀ ਬਣ ਕੇ ਉੱਡ ਜਾਂਦੀਆਂ ਨੇ। ਇਹਨਾਂ ਦੇ ਵਿੱਚ ਜਿਤਨਾ ਪਦਾਰਥਕ ਤੱਤ ਹੁੰਦਾ, ਜੋ ਗੈਸਾਂ ਆਦਿਕ ਹੁੰਦੀਆਂ, ਉਹ ਅੱਗ ਲੱਗਣ ਦੇ ਨਾਲ ਸਭ ਉੱਡ ਜਾਂਦੀਆਂ ਨੇ। ਅਤੇ ਇਹਨਾਂ ਦੇ ਵਿੱਚ ਜਿਤਨਾ ਮਿੱਟੀ ਦਾ ਤੱਤ ਹੁੰਦਾ ਹੈ, ਉਹ ਆਪਾਂ ਨੂੰ ਪੰਜਾਬੀ 'ਚ ਸਵਾਹ ਕਹਿੰਦੇ ਨੇ, ਉਹ ਰਾਖ ਹੈ, ਬਚ ਜਾਂਦਾ ਹੈ। ਔਰ ਜਿਤਨੀ ਵਧੀਆ ਕੁਆਲਿਟੀ ਦੀ ਸਾਫ ਸੁਥਰੀ ਲੱਕੜ ਹੋਏਗੀ, ਉਤਨੀ ਉਹਦੀ ਰਾਖ ਥੋੜ੍ਹੀ ਹੋਏਗੀ ਅਤੇ ਓਨੀ ਹੀ ਵਧੀਆ ਹੋਏਗੀ। ਸਾਡੇ ਸਰੀਰ ਦਾ ਵੀ ਹਿਸਾਬ ਕਿਤਾਬ ਹੈ। ਵੇਖਣ ਨੂੰ ਤਾਂ ਬੜਾ ਮੋਟਾ ਤਕੜਾ ਸਰੀਰ ਲੱਗਦਾ ਹੈ ਨਾ, ਪਰ ਜਦੋਂ ਕਿਤੇ ਉਹਨੂੰ ਸਾੜਿਆ ਜਾਂਦਾ ਤਾਂ ਪਤਾ ਕਿਤਨਾ ਬਚਦਾ ਹੈ। ਕਿਉਂਕਿ ਅਸੀਂ ਇਸ ਪਾਸੇ ਕਦੇ ਅਧਿਐਨ ਨਹੀਂ ਕੀਤੇ। ਸਾਡੇ ਸਰੀਰ ਨੂੰ ਜਦੋਂ ਅਸੀਂ ਬਿਜਲਈ ਤਰੀਕੇ ਦੇ ਨਾਲ ਸਾੜਦੇ ਹਾਂ ਨਾ, ਅਤੇ ਉਦੋਂ ਜੋ ਬਾਕੀ ਸਾਰਾ ਪਦਾਰਥ ਹੈ ਅਤੇ ਉਹ ਸੁੱਕ ਜਾਂਦਾ, ਉੱਡ ਜਾਂਦਾ, ਅਤੇ ਪਤਾ ਕਿਤਨਾ ਬਚਦਾ, ਜਿਤਨਾ ਜਨਮ ਸਮੇਂ ਦਾ ਵਜ਼ਨ ਹੁੰਦਾ ਹੈ। ਉਸ ਵਜ਼ਨ ਦੇ ਵਿੱਚੋਂ ਜੋ ਅਨੁਪਾਤਕ ਪਾਣੀ ਦਾ ਤੱਤ ਕੱਢ ਕੇ ਜੋ ਬਾਕੀ ਬਚਦਾ ਹੁੰਦਾ ਨਾ, ਓਨਾ ਕੁ ਵਜ਼ਨ ਹਰ ਸਰੀਰ ਦਾ, ਕਿਉਂਕਿ ਮੂਲ ਮਿੱਟੀ ਹੈ, ਉਹ ਮੂਲ ਮਿੱਟੀ ਜੋ ਮਾਂ ਤੋਂ ਮਿਲੀ ਸੀ ਉਹ ਬਚ ਜਾਂਦੀ, ਉਹ ਨਹੀਂ ਸੜਦੀ। ਹੁਣ ਵੇਖਿਆ ਨਾ ਅਸੀਂ, ਕਿਉਂਕਿ ਉਸ ਵਕਤ ਸਾਡਾ ਮਾਹੌਲ ਕਿਸੇ ਹੋਰ ਪੱਖ 'ਚ ਹੁੰਦਾ ਹੈ। ਅਸੀਂ ਉਦੋਂ ਸਟੱਡੀ ਦੇ ਮੰਡਲਾਂ 'ਚ ਨਹੀਂ ਹੁੰਦੇ। ਅੱਜ ਜਦੋਂ ਸੰਸਕਾਰ ਅਸੀਂ ਇਲੈਕਟ੍ਰੋਨਿਕ ਤਰੀਕੇ ਨਾਲ ਕਰਦੇ ਹਾਂ, ਅਤੇ ਸਾਨੂੰ ਅੱਧੇ ਪੌਣੇ ਘੰਟੇ ਬਾਅਦ ਸਾਨੂੰ ਇੱਕ ਤਸਲੇ ਜਿਹੇ 'ਚ ਪਾ ਕੇ ਕੋਈ ਸਾਮਾਨ ਦਿੰਦੇ, ਜਿਹਨੂੰ ਆਪਾਂ ਅਸਥੀਆਂ ਕਹਿ ਦਿੰਦੇ ਹਾਂ, ਅਤੇ ਉਹਨਾਂ ਦਾ ਵਜ਼ਨ ਉਤਨਾ ਹੀ ਹੁੰਦਾ ਹੈ ਜਿਤਨਾ ਕੁ ਮੂਲ ਮਿੱਟੀ ਇਸ ਨੂੰ ਮਾਤਾ ਤੋਂ ਮਿਲੀ ਹੁੰਦੀ ਹੈ। ਬਾਕੀ ਸਾਰਾ ਤਾਂ ਕੁਦਰਤੀ ਬਾਅਦ 'ਚ ਖਾਧਾ ਪੀਤਾ, ਪਵਨ ਪਾਣੀ ਇਕੱਠਾ ਕੀਤਾ ਨਾ, ਉਹ ਅੱਗ ਦੇ ਨਾਲ ਸੁੱਕ ਜਾਂਦਾ ਹੈ। ਜਿਹਨੂੰ ਕਿਨੇ ਪਵਨੇ ਮੈਂ ਪਵਨ ਸਮਾਇਆ, ਮਾਟੀ ਮਾਟੀ ਹੋਈ ਏਕ। ਇਹ ਦੋ ਤੇਰੇ ਕੁਦਰਤ ਦੇ ਪੱਖ ਨੇ, ਆਦਰਸ਼ ਅਤੇ ਦ੍ਰਿਸ਼। ਇਸੇ ਤਰ੍ਹਾਂ ਤੇਰਾ ਸਾਰਾ ਆਸਣ ਟਿਕਿਆ ਹੋਇਆ। ਪੁੜ ਧਰਤੀ ਪੁੜ ਪਾਣੀ ਆਸਣ, ਭਾਵ ਸਾਰਾ ਬ੍ਰਹਮੰਡੀ ਪਸਾਰਾ। ਫਿਰ ਅਗਲੀ ਗੱਲ, ਚਾਰ ਕੁੰਟ ਚੌਬਾਰਾ। ਚਾਰ ਕੁੰਟ ਕਹਿੰਦੇ ਨੇ ਚਾਰ ਦਿਸ਼ਾਵਾਂ। ਪੁਰਾਣਾ ਸ਼ਬਦ ਬੜਾ ਮਸ਼ਹੂਰ ਹੁੰਦੇ, ਫਲਾਣੇ ਨੇ ਚੁਬਾਰਾ ਪਾਇਆ, ਕਿਉਂਕਿ ਆਮ ਕੱਚੇ ਕੋਠੇ ਹੋਣੇ ਅਤੇ ਕਿਸੇ ਟਾਵੇਂ ਬਿਰਲੇ ਦਾ ਹੀ ਭਾਈ
ਛੱਤ 'ਤੇ ਤੈਨੂੰ ਵੱਡਾ ਚੁਬਾਰਾ ਪਾਉਣਾ, ਚੁਬਾਰਾ ਜਿਹਦੇ 4 ਸਫੇਰੇ ਖੁੱਲ੍ਹਾ ਹੋਵੇ, ਹਵਾਦਾਰ ਹੋਵੇ। ਇਸ ਕਰਕੇ ਚੁਬਾਰੇ ਨੂੰ ਲੋਕ ਵਧੀਆ ਤਰੀਕੇ ਨਾਲ ਸਜਾਉਂਦੇ ਸੀ, ਭਾਈ ਚੁਬਾਰਾ ਪਾਇਆ ਕਿਸੇ ਨੇ, ਭਾਵ ਉਹਨੂੰ 4 ਸਫੇਰੇ ਤੋਂ ਹਵਾ ਆਉਂਦੀ ਸੀ, ਕਿਉਂਕਿ ਉਦੋਂ ਹਵਾ ਦਾ ਕੋਈ ਹੋਰ ਇੰਤਜ਼ਾਮਾਤ ਨਹੀਂ ਸੀ ਹੁੰਦਾ। ਬਈ ਚੁਬਾਰੇ ਦਾ ਮਤਲਬ ਕਿ ਛੱਤ ਵੀ ਪੂਰੀ ਹੈ, ਬਰਸਾਤ ਅਤੇ ਗਰਮੀ ਤੋਂ ਬਚਦਾ ਹੈ, ਅਤੇ ਗਰਮੀਆਂ ਦੇ ਵਿੱਚ ਉਹਨੂੰ ਖੁੱਲ੍ਹੀ ਹਵਾਦਾਰ ਮਿਲਦੀ ਹੈ। ਇਸ ਕਰਕੇ ਲੋਕ ਉਹਦੀ ਇੱਜ਼ਤ ਮਾਣ ਕਰਦੇ ਸਨ। ਮਹਾਰਾਜ ਕਹਿ ਲੱਗਿਆ ਜੋ ਸਾਰਾ ਪਸਾਰਾ ਹੈ ਨਾ, 4 ਕੁੰਟ ਚੁਬਾਰਾ, 4 ਸਫੇਰੇ ਤੇਰੀਆਂ ਖੁੱਲ੍ਹੀਆਂ ਖਿੜਕੀਆਂ ਨੇ, ਹਵਾ ਚੱਲਦੀ ਹੈ, ਛੱਤ ਆਸਮਾਨ ਦੀ ਬਦਲਾਂ ਦੀ ਹੈ, ਅਤੇ ਤੇਰੀ ਫਰਸ਼ ਦਾ ਧਰਤੀ ਦੀ ਹੈ। ਹੇ ਸੱਚੇ ਪਾਤਸ਼ਾਹ, ਤੇਰਾ ਇਹ ਟਿਕਾਣਾ ਹੈ, ਜਿਹਨੂੰ ਕਹਿੰਦੇ ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ, ਇਹਦੇ ਵਿੱਚ ਤੇਰਾ ਆਸਣ ਹੈ। ਇਸ ਬ੍ਰਹਮੰਡੀ ਪਸਾਰੇ ਵਿੱਚ ਜੋ ਕੁਦਰਤ ਦਾ ਪਸਾਰਾ ਹੈ, ਇਹ ਤੁਹਾਡਾ ਬੈਠਣ ਦਾ ਆਸਣ ਦਾ ਟਿਕਾਣਾ ਹੈ। ਇਹ ਤੁਹਾਡੇ ਵਾਸਤੇ, ਤੁਸੀਂ ਆਪਣੇ ਵਾਸਤੇ ਰਚਿਆ ਹੈ। ਪੁੜ ਧਰਤੀ ਪੁੜ ਪਾਣੀ ਆਸਣ, 4 ਕੁੰਟ ਚੁਬਾਰਾ। ਅਤੇ ਫਿਰ ਇਹਦੇ ਵਿੱਚ ਕੀ ਹੈ? ਸਗਲ ਭਵਨ ਕੀ ਮੂਰਤ ਏਕਾ, ਸਾਰੇ ਬ੍ਰਹਮੰਡਾਂ ਦੀ ਇੱਕੋ ਹੀ ਮੂਰਤ ਹੈ। ਹਾਲਾਂਕਿ ਇਹ ਗੱਲ ਸਮਝਣੀ ਬੜੀ ਕਠਿਨ ਹੈ। ਬ੍ਰਹਮੰਡੀ ਪਸਾਰੇ ਦੇ ਵਿੱਚ ਤੇ ਤਰ੍ਹਾਂ ਤਰ੍ਹਾਂ ਦੇ ਸਰੂਪ ਲੈ ਕੇ ਗਏ ਨੇ, ਪਰ ਮਹਾਰਾਜ ਕਹਿ ਲਗੇ ਮੂਰਤ ਇੱਕੋ ਹੀ ਹੈ। ਇੱਥੇ ਮੂਰਤ ਤੋਂ ਭਾਵ ਜੋ ਸਮੇਂ ਦੀ ਪਾਬੰਦੀ ਵਿੱਚ ਰਹਿਣ ਵਾਲਾ ਸਰੂਪ ਹੈ ਨਾ, ਉਹ ਇੱਕੋ ਹੀ ਹੈ। ਉਹ ਕਿੱਥੋਂ ਆਇਆ ਹੈ? ਉਹ ਮੂਰਤ ਬਣੀ ਕਿੱਥੇ ਹੈ? ਕਹਿ ਲਗੇ ਮੁੱਖ ਤੇਰਾ ਟਕਸਾਲਾ। ਜਿਵੇਂ ਸੰਸਾਰ ਦੀ ਹਰ ਮੂਰਤ ਨੂੰ ਬਣਾਉਣ ਦਾ ਕੋਈ ਕਾਰਖਾਨਾ ਹੁੰਦਾ ਹੈ, ਕਿਤੇ ਤੇ ਬੈਠ ਕੇ ਕਾਰੀਗਰ ਮੂਰਤਾਂ ਬਣਾਉਂਦਾ ਹੀ ਹੈ ਨਾ। ਜਿੱਥੇ ਵੀ ਮੂਰਤਾਂ ਬਣਾਉਂਦਾ ਹੈ ਉਹਨੂੰ ਅਸੀਂ ਮੂਰਤ ਦਾ ਕਾਰਖਾਨਾ ਕਹਿ ਦਿਆਂਗੇ। ਉਹਦੀ ਟਕਸਾਲ ਪੁਰਾਣੀ, ਜਿੱਥੇ ਘੜਿਆ ਜਾਂਦਾ ਟਕਸਾਲ ਹੈ। ਬੇਸ਼ੱਕ ਬਾਅਦ ਵਿੱਚ ਟਕਸਾਲ ਕੇਵਲ ਸਿੱਕਿਆਂ ਦੇ ਅਰਥਾਂ ਵਿੱਚ ਹੀ ਸੀਮਿਤ ਹੋ ਗਈ, ਵੀ ਦੇਖੋ ਜੀ ਜਿੱਥੇ ਸਿੱਕੇ ਘੜੇ ਜਾਂਦੇ ਨੇ ਉਹੀ ਟਕਸਾਲ ਹੈ। ਅਤੇ ਅੱਜ ਫਿਰ ਮੁੜ ਕੇ ਆ ਗਿਆ ਨੇ ਸ਼ਬਦ ਜਿੱਥੇ ਪੜ੍ਹਾਇਆ ਜਾਂਦਾ ਹੈ, ਲਿਖੇ ਪਠਨ ਪਾਠਨ ਦੀ ਕਿਰਿਆ ਜੋ ਟਕਸਾਲ ਹੈ। ਜਿੱਥੇ ਜੀਵਨ ਦੀ ਘਾੜਤ ਘੜੀ ਜਾਂ ਟਕਸਾਲ ਹੈ। ਦਰਅਸਲ ਆਪਾਂ ਵੀ ਟਕਸਾਲ ਦੇ ਵਿੱਚ ਹੀ ਬੈਠੇ ਹਾਂ। ਟਕਸਾਲ ਦਾ ਬਹੁਤ ਵਿਸਤ੍ਰਿਤ ਅਰਥ ਹੈ। ਜਿੱਥੇ ਵੀ ਕੁਝ ਸਰੂਪ ਬਦਲਿਆ ਜਾਂਦਾ ਹੈ, ਜਿੱਥੇ ਵੀ ਕਿਸੇ ਸਰੂਪ ਦੀ ਨਵੀਂ ਘਾੜਤ ਘੜੀ ਜਾਂਦੀ ਹੈ, ਉੱਥੇ ਟਕਸਾਲ ਹੈ। ਅਤੇ ਸੰਸਾਰ ਦੇ ਇਸ ਸਾਰੇ ਬ੍ਰਹਮੰਡੀ ਪਸਾਰੇ ਦੀ ਜੋ ਮੂਰਤ ਹੈ, ਉਹਦੀ ਟਕਸਾਲ ਕਿੱਥੇ ਹੈ? ਕਹਿਣ ਲੱਗੇ ਤੇਰੇ ਮੁੱਖ ਵਿੱਚ। ਇੱਥੇ ਬੜੀ ਵੱਡੀ ਗੱਲ, ਮੁੱਖ ਟਕਸਾਲ ਹੈ ਭਾਵ ਤੁਹਾਡੇ ਹੁਕਮ ਦੇ ਵਿੱਚ। ਆਹ ਸੰਸਾਰ ਤੇ ਬ੍ਰਹਮੰਡੀ ਪਸਾਰੇ ਵਿੱਚ ਜੋ ਕੁਝ ਵੀ ਮੂਰਤਾਂ ਨੇ, ਭਾਵ ਜਿਤਨੇ ਵੀ ਸਰੂਪ ਨੇ, ਆ ਸਾਡੇ ਜੀ ਜਨਤਾ ਦੇ, ਪਸ਼ੂ ਵਨਸਪਤੀ ਆਦਿ ਕਰਕੇ ਜੋ ਵੀ ਆਕਾਰ ਨੇ, ਇਹ ਕੀ ਹੈ? ਹੁਕਮ ਦੇ ਵਿੱਚ ਨੇ। ਤੁਹਾਡੇ ਹੁਕਮ ਦੇ ਸਦਕੇ ਹੋਏ ਨੇ। ਤੁਹਾਡਾ ਤੇ ਹੁਕਮ ਸਦਾ, ਕਿਉਂਕਿ ਸਾਡਾ ਸਧਾਰਨ ਜਿਹਾ ਮੰਡਲ ਹੈ, ਇਸ ਕਰਕੇ ਅਸੀਂ ਤੇ ਇਸ ਵਿੱਚ ਵੀ ਹੁਕਮ ਸੁਣਾਇਆ ਜਾਂਦਾ ਹੈ, ਹੁਕਮ ਸੁਣਿਆ ਜਾਂਦਾ ਹੈ। ਤੇਰੇ ਮੁੱਖੋਂ ਨਿਕਲਿਆ ਬਚਨ ਹੁਕਮ ਹੈ, ਭਾਵ ਤੁਹਾਡੀ ਇੱਛਾ, ਤੁਹਾਡੇ ਹੁਕਮ ਦੇ ਨਾਲ ਹੀ ਸੰਸਾਰ ਦੀ ਰਚਨਾ ਬਣੀ ਹੈ। ਤੁਹਾਡੇ ਹੁਕਮ ਦੇ ਸਦਕੇ ਹੀ ਇਹ ਸਾਰਾ ਕੁਝ ਬਣਿਆ, ਕਿਉਂਕਿ ਇਹ ਧੁਨ ਕਰਕੇ ਬਣਿਆ। ਜਦੋਂ ਅਸੀਂ ਹੌਲੀ ਹੌਲੀ ਹੋਰ ਇਹਦੇ ਬਾਬਤ ਸੁਣਾ ਪੜਾਂਗੇ, ਸਾਡੇ ਤੋਂ ਵਡੇਰੇ ਜਿਹੜੇ ਆਧਿਆਤਮਿਕ ਮੰਡਲਾਂ ਦੇ ਪੱਖ ਨੇ ਨਾ, ਉਹਨਾਂ ਆਪਣੇ ਆਪਣੇ ਤਰੀਕੇ ਨਾਲ ਇਹਨਾਂ ਦੀ ਗੱਲਾਂ ਨੂੰ ਸਮਝਾਉਣ ਦਾ ਯਤਨ ਕੀਤੇ। ਸਾਡੇ ਵੈਦਿਕ ਮੰਡਲਾਂ ਵਾਲੇ ਕਹਿੰਦੇ ਨੇ ਕਰਤਾਰ ਦੀ ਬ੍ਰਹਮੰਡੀ ਪਸਾਰੇ ਦੀ ਸਭ ਤੋਂ ਪਹਿਲੀ ਜੋ ਧੁਨ ਹੈ ਓਮ ਹੈ। ਅੱਜ ਵੀ ਵਿਗਿਆਨਕ ਤਾਂ ਹੋਰ ਪੱਖ ਦੇ ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਧੁਨ ਨੂੰ ਪ੍ਰਗਟ ਕਰਨ ਦਾ, ਸਾਬਤ ਕਰਨ ਦਾ ਕੁਝ ਨਾ ਕੁਝ ਹੀਲਾ ਉਪਰਾਲਾ ਯਤਨ ਕਰਨ ਦੀ ਕੋਸ਼ਿਸ਼ ਕਰਦੇ ਨੇ। ਕਹਿੰਦੇ ਨੇ ਜੀ ਇਹ ਓਮ ਹੈ, ਔਰ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਬ੍ਰਹਮੰਡੀ ਪਸਾਰੇ ਨੂੰ ਕਿਸੇ ਬਹੁਤ ਵੱਡੇ ਮਾਈਕ ਲਗਾ ਕੇ ਜੋ ਵਿਗਿਆਨਕ ਤਕਨੀਕ ਹੈ ਉਹ 'ਚ ਸੁਣਿਆ ਜਾਏ ਅਤੇ ਇਹ ਦੱਸਿਆ ਜਾਏ ਕਿ ਭਾਈ ਸਾਰੇ ਬ੍ਰਹਮੰਡੀ ਪਸਾਰੇ ਦੀ ਜੋ ਨਿੱਜੀ ਧੁਨ ਹੈ ਨਾ, ਉਹ ਓਮ ਦੇ ਨਾਲ ਮਿਲਦੀ ਜੁਲਦੀ ਹੈ। ਅਸੀਂ ਇਨਕਾਰ ਨਹੀਂ ਕਰਦੇ, ਹੋਵੇਗੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਨੇ ਉਹਦੀ ਧੁਨ ਓਂਕਾਰ ਹੈ। ਗੁਰੂ ਨਾਨਕ ਨੇ ਉਸੇ ਦਾ ਤੇ ਵਿਸਤਾਰ ਕਰ ਦਿੱਤਾ ਵੀ ਉਹ ਧੁਨ ਤਾਂ ਇੱਕੋ ਹੀ ਹੈ, ਓਂਕਾਰ ਹੈ। ਅਤੇ ਸ਼ਾਇਦ ਆਪ ਨੂੰ ਪਤਾ ਹੈ ਇਸਲਾਮ ਮੰਡਲ ਦੇ ਲੋਕ ਜਿਹਨੂੰ ਸਾਮੀ ਆਪਾਂ ਤੌਰੇਤ ਅਤੇ ਅੰਜੀਲ, ਜ਼ਬੂਰ ਅਤੇ ਕੁਰਾਨ ਦੇ ਪੱਖ ਕਹਿੰਦੇ ਹਾਂ, ਉਹਦੇ 'ਚ ਇੱਕ ਸ਼ਬਦ ਵਰਤਿਆ ਗਿਆ ਇਸਲਾਮ ਕੁਨ।
ਕਰਤੇ ਨੇ ਖੁਦਾ ਨੇ ਕੁਨ ਕਿਹਾ ਤੇ ਸਭ ਕੁਝ ਬਣ ਗਿਆ। ਭਾਵ ਕੁਛ ਤੇ ਕਿਹਾ ਨਾ, ਕੁਛ ਤੇ ਉੱਥੋਂ ਧੁਨ ਪ੍ਰਗਟ ਹੋਈ ਨਾ। ਤੇ ਅਸੀਂ ਚੌਪਈ ਸੌ ਪਾਠ ਕਰਦੇ ਕਦੋਂ ਚ ਪਏ ਹਾਂ, ਓੰਕਾਰ ਸਾਨੂੰ ਪਾਵਨ ਬਣ 'ਚ ਓੰਕਾਰ ਬ੍ਰਹਮਾ ਉਤਪਤ, ਇਹ ਸਭ ਓੰਕਾਰ ਤੋਂ ਉਤਪਤ ਹੋਇਆ। ਉਹ ਕਹਿੰਦੇ ਭਾਵ ਸ਼ਬਦ ਤੋਂ ਉਤਪਤ ਹੋਇਆ। ਉਤਪਤ ਪਰਲਵ ਸ਼ਬਦੈ ਹੋਵੇ। ਅਤੇ ਸ਼ਬਦ ਨੂੰ ਪ੍ਰਗਟ ਕਰਨ ਦਾ ਸਾਡੇ ਆਮ ਸਧਾਰਨ ਜੀਆਂ ਦੀ ਸਮਝ ਵਿੱਚ ਮੁੱਖ ਹੀ ਹੈ। ਇਸ ਕਰਕੇ ਮਹਾਰਾਜ ਸਾਡੇ ਸਧਾਰਨ ਜੀਆਂ ਨੂੰ ਸਮਝਾਉਂਦੇ ਕਹਿੰਦੇ ਨੇ, ਭਾਈ ਕਰਤਾ ਪੁਰਖ ਦਾ ਜੋ ਨਿਜ ਟਿਕਾਣਾ ਹੈ ਉਹ ਸਾਰੇ ਬ੍ਰਹਮੰਡ ਵਿੱਚ ਹੈ। ਅਤੇ ਸਾਰੇ ਬ੍ਰਹਮੰਡ ਦਾ ਜੋ ਪਸਾਰਾ ਪਸਰੇ ਹੈ, ਜੋ ਰਚਨਾ ਰਚੀ ਹੈ, ਉਹਦੇ ਸ਼ਬਦ ਕਰਕੇ ਹੈ, ਉਹਦੇ ਹੁਕਮ ਕਰਕੇ ਹੈ। ਕਿਉਂਕਿ ਮੁਖ ਤੇਰੇ ਟਕਸਾਲਾ ਕੇ ਹੈ ਅਤੇ ਸ਼ਬਦ ਮੁਖ 'ਚੋਂ ਨਿਕਲਦਾ ਹੈ। ਇਸ ਕਰਕੇ ਸ਼ਬਦ ਵਰਤਿਆ ਗਿਆ। ਜੇ ਸ਼ਾਇਦ ਸਾਡੀ ਜੋ ਸੁਰਤ ਬਿਰਤੀ ਬਹੁਤ ਉੱਚੀ ਹੁੰਦੀ ਤਾਂ ਸ਼ਾਇਦ ਮਹਾਰਾਜ ਕੋਈ ਹੋਰ ਢੰਗ ਵਰਤਦੇ, ਪਰ ਕਿਉਂਕਿ ਅਸੀਂ ਨਾ ਉੱਚਾ ਜਾ ਨਹੀਂ ਪਾ ਰਹੇ, ਇਸ ਕਰਕੇ ਸਮਝ ਸਕੀਏ ਸਾਰੇ ਪਸਾਰਾ ਸ਼ਬਦ ਕਰਕੇ ਹੈ। ਜਿਤਨੇ ਵੀ ਆਕਾਰ ਨੇ ਦ੍ਰਿਸ਼ਮਾਨ ਅਤੇ ਅਦ੍ਰਿਸ਼, ਜਿਹਨੂੰ ਸੁਣ ਕਦੇ ਕਦੇ ਇੰਜ ਕਹਿ ਲੈ ਗਿਆ, ਦ੍ਰਿਸ਼ ਅਤੇ ਅਦ੍ਰਿਸ਼ ਸਾਰਾ ਸੰਸਾਰ ਨਾਮ ਦੇ ਆਸਰੇ ਹੈ ਨਾ। ਨਾਮ ਕੇ ਧਾਰੇ ਸਕਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਜੇਤਾ ਕੀਤਾ ਤੇਤਾ ਨਾਉ ਹੈ। ਇਹ ਸਾਰਾ ਤੇਰਾ ਹੁਕਮ ਹੈ। ਤੇਰੇ ਹੁਕਮ ਦੇ ਵਿੱਚ ਸਾਰੇ ਬ੍ਰਹਮੰਡੀ ਪਸਾਰੇ ਦਾ ਜੋ ਸਰੂਪ ਲਿਖਿਆ, ਅਤੇ ਮੂਰਤ ਦਾ ਭਾਵ ਜੋ ਵੀ ਸਰੂਪ ਹੈ, ਅਤੇ ਮੂਰਤ ਦੇਖੀ ਜਾਂਦੀ ਹੈ, ਜੋ ਦੇਖਿਆ ਜਾ ਸਕਦਾ ਪਦਾਰਥਕ ਮੰਡਲ, ਉਹ ਤੇਰੇ ਹੁਕਮ ਦੇ ਵਿੱਚ ਸਾਜਿਆ ਗਿਆ ਹੈ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਹ ਸਾਰਾ ਬ੍ਰਹਮੰਡੀ ਪਸਾਰਾ ਇਹ ਤੁਹਾਡਾ ਆਸਣ ਹੈ। ਜਿਤਨਾ ਇਹਦਾ ਸਰੂਪ ਆਕਾਰ ਹੈ ਉਹ ਤੁਹਾਡੇ ਹੁਕਮ ਦੇ ਵਿੱਚ ਹੀ ਰਚਨਾ ਹੋਈ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਵਿਰੋਪਤ ਹੋਵੇ। ਇਸ ਕਰਕੇ ਅਸੀਂ ਤੇ ਨਾ ਕਹਿ ਸਕਦੇ ਹਾਂ, ਇਸ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ। ਹੇ ਮੇਰੇ ਸੱਚੇ ਸਾਹਿਬ ਜੀਓ, ਤੇਰੇ ਜੋ ਕੌਤਕ ਨੇ ਨਾ ਬਹੁਤ ਵੱਡੇ ਨੇ, ਜਿਸ ਨੂੰ ਅਸੀਂ ਕਦੇ ਕਦੇ ਜੀ ਕਹਿ ਸਕਦੇ ਹਾਂ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਏ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੀ ਜੋ ਸਰੂਪ ਬਣਤਰ ਦੀ ਚਰਚਾ ਹੈ ਬਹੁਤ ਵੱਡੀ, ਤੁਸੀਂ ਬਹੁਤ ਵੱਡੇ ਹੋ, ਪਰ ਮੇਰੀ ਮਤ ਬੜੀ ਛੋਟੀ ਹੈ, ਅਤੇ ਮੈਂ ਆਪਣੀ ਛੋਟੀ ਜਿਹੀ ਮਤ ਦੇ ਨਾਲ ਤੁਹਾਨੂੰ ਦੇਖਣਾ ਸਮਝਣਾ ਚਾਹੁੰਦਾ। ਇਹ ਮੁਸ਼ਕਲ ਹੈ ਨਾ। ਮੇਰੀ ਮਤ ਵਿੱਚ ਉਤਨਾ ਹੀ ਆਏਗਾ ਜਿਤਨੀ ਕੁ ਪਾਤਰਤਾ ਹੈ, ਪਰ ਆਏਗਾ ਜ਼ਰੂਰ ਜਿਤਨੀ ਕੁ ਪਾਤਰਤਾ। ਬਾਕੀ ਗੱਲ ਹੈ ਉਹਦੇ ਵਿੱਚ ਕਿਤਨਾ ਤੁਸੀਂ ਪਾ ਦਿੰਦੇ ਹੋ, ਇਹ ਵੱਖਰੀ ਗੱਲ ਹੈ। ਕਈ ਵਾਰ ਤੁਸੀਂ ਕਿਸੇ ਮਨੁੱਖ ਦੀ ਮੱਤ ਵਿੱਚ ਇੰਨਾ ਕੁਝ ਪਾ ਦਿੰਦੇ ਹੋ, ਇੰਨਾ ਕੁਝ ਪਾ ਦਿੰਦੇ ਹੋ ਅਤੇ ਮੁੱਕਦਾ ਹੀ ਨਹੀਂ, ਕਿਉਂਕਿ ਤੁਹਾਡੀ ਕਿਰਪਾ ਹੈ। ਮੇਰੇ ਸਾਹਿਬ ਜੀ, ਤੁਹਾਡੇ ਕੌਤਕ, ਤੁਹਾਡੇ ਚੋਜ, ਤੁਹਾਡੇ ਰਖੇਲ ਅਗੰਮ ਨੇ ਵਿਡਾਣ ਦਾ ਭਾਵ ਦਾ ਬਹੁਤ ਵੱਡੇ, ਜਿਨ੍ਹਾਂ ਦਾ ਉਰਲਾ ਅਤੇ ਪਾਰਲਾ ਬੰਨਾ ਸਮਝ ਨਾ ਆ ਸਕੇ। ਵਿਡਾਣ ਹੈ, ਬਹੁਤ ਵੱਡਾ ਵਿਸਤਾਰ ਹੈ। ਹੁਣ ਵਿਡਾਣ ਕਿੰਨਾ ਵੱਡਾ, ਜਲ ਥਲ ਮਹੀਅਲ ਭਰਪੁਰ ਲੀਨਾ। ਜਲਾਂ ਤੋਂ ਲੈ ਕੇ ਥਲਾਂ ਤੱਕ, ਅਤੇ ਜਲਾਂ ਅਤੇ ਥਲਾਂ ਦੇ ਦਰਮਿਆਨ ਕੀ ਹੈ, ਮਹੀਅਲ, ਜਿਹਨੂੰ ਅੱਜ ਕੱਲ੍ਹ ਦੀ ਭਾਸ਼ਾ 'ਚ ਲੋਕ ਸਪੇਸ ਕਹਿੰਦੇ ਨੇ। ਪੁਰਾਣਾ ਸਾਹਿਤਕ ਸ਼ਬਦ, ਸ਼ਾਸਤਰੀ ਸ਼ਬਦ ਹੈ ਆਕਾਸ਼, ਕਿਉਂਕਿ ਆਕਾਸ਼ ਦੀ ਕੋਈ ਸੀਮਾ ਨਹੀਂ ਹੈ। ਜਲ ਦੀ ਵੀ ਸੀਮਾ ਹੋਏਗੀ, ਥਲ ਦੀ ਵੀ ਸੀਮਾ ਹੋਏਗੀ। ਇਹਨਾਂ ਦੇ ਦੋ ਕਿਨਾਰੇ ਲੱਭੇ ਜਾ ਸਕਦੇ ਨੇ। ਬੇਸ਼ੱਕ ਸਾਨੂੰ ਨਹੀਂ ਪਤਾ, ਪਰ ਵਿਗਿਆਨਕ ਤੇ ਕਹਿੰਦੇ ਨਾ ਕਿ ਧਰਤੀ ਦਾ ਇੰਨਾ ਲੰਬਾਈ ਚੌੜਾਈ ਗੁਲਾਈ ਇਸ ਤਰ੍ਹਾਂ ਦੀ ਹੈ, ਉਹਨਾਂ 'ਤੇ ਬਣਤਰ ਸਾਨੂੰ ਦੱਸ ਦਿੱਤੀ ਹੈ। ਅਤੇ ਜੇ ਧਰਤੀ ਦੇ ਲੰਬਾਈ ਚੌੜਾਈ ਗੁਲਾਈ ਨਾਪੀ ਗਈ ਹੈ, ਤਾਂ ਉਹਦੇ ਵਿੱਚ ਹੀ ਪਾਣੀ ਦਾ ਹਿਸਾਬ ਕਿਤਾਬ ਹੈ, ਉਹ ਨਾਪਿਆ ਕੁਝ ਗਿਆ। ਇਸ ਹਿਸਾਬ ਨਾਲ ਸਭ ਕੁਝ ਨਾਪਿਆ ਤੋਲਿਆ ਜਾ ਸਕਦਾ ਹੈ। ਪਰ ਆਕਾਸ਼, ਜਿਸ ਨੂੰ ਲੋਕ ਸਪੇਸ ਕਹਿੰਦੇ ਨੇ, ਉਸ ਨੂੰ ਨਹੀਂ ਤੋਲਿਆ, ਕਿਉਂਕਿ ਹੈ ਹੀ ਨਹੀਂ, ਪਰ ਫਿਰ ਵੀ ਹੈਗਾ। ਜੇ ਛੂਹਣ ਜਾਓਗੇ ਤਾਂ ਆਕਾਸ਼ ਕਿਤੇ ਨਹੀਂ ਹੈ, ਪਰ ਵੇਖਣ ਜਾਵਾਂਗੇ ਤਾਂ ਹਰ ਥਾਂ 'ਤੇ। ਜਰਾ ਵੀ ਖਿੜਕੀ ਤੋਂ ਬਾਹਰ ਦੇਖਾਂਗੇ ਆਕਾਸ਼ ਹੈ, ਜਿੱਥੇ ਵੀ ਜਾਵਾਂਗੇ ਆਕਾਸ਼। ਉੱਥੇ ਹੋ ਸਕਦਾ ਪਾਣੀ ਹੋਵੇ ਜਾਂ ਨਾ ਹੋਵੇ, ਪੱਥਰ ਹੋਵੇ ਜਾਂ ਨਾ ਹੋਵੇ, ਪਰ ਆਕਾਸ਼ ਜ਼ਰੂਰ ਹੋਏਗਾ। ਐਸਾ ਹਾਲਾਂਕਿ ਸੰਭਵ ਹੈ, ਦੁਨੀਆ ਦੇ ਕਿਸੇ ਵੀ ਧਾਰਮਿਕ ਮੁਕਾਮ 'ਤੇ ਜਾਵਾਂਗੇ, ਉੱਥੇ ਪੱਥਰ 'ਤੇ ਪਾਣੀ ਮਿਲਦੇ ਨੇ, ਪਰ ਸੰਭਵ ਕਿਤੇ ਅਸੀਂ ਚਲੇ ਜਾਈਏ ਉੱਥੇ ਪਾਣੀ ਨਾ ਮਿਲੇ, ਨਹੀਂ ਰੇਤ ਹੀ ਰੇਤ ਮਿਲੇ, ਰੇਗਿਸਤਾਨ ਹੋਣ, ਕਿਤੇ ਪੱਥਰ ਹੋਣ, ਕਿਤੇ ਪਾਣੀ ਹੋਵੇ, ਕਿਤੇ ਨਾ ਚਿੱਕ ਹੋਏਗਾ, ਪਰ ਆਕਾਸ਼ ਜ਼ਰੂਰ ਹੋਏਗਾ। ਸਿਆਣੇ ਤੇ ਤੱਕ ਮੰਨਦੇ ਨੇ
ਸਾਡੇ ਹਰ ਮਨੁੱਖ ਦੇ ਅੰਦਰ ਆਕਾਸ਼ ਦਾ ਇੱਕ ਆਪਣਾ ਪੱਖ ਹੁੰਦਾ ਹੈ, ਜਿਸ ਨੂੰ ਚਿੱਤ ਆਕਾਸ਼ ਕਹਿੰਦੇ ਨੇ। ਹਰ ਮਨੁੱਖ ਦੇ ਅੰਦਰ, ਕਿਉਂਕਿ 5 ਤੱਤ ਨੇ ਨਾ, ਤੇ 5 ਤੱਤਾਂ 'ਚੋਂ ਆਕਾਸ਼ ਖਾਲੀ ਸਪੇਸਪਨ ਸਾਡੇ ਅੰਦਰ ਵੀ ਹੈਗਾ ਹੈ। ਕਦੇ ਕਦੇ ਅਸੀਂ ਉਦਾਸ ਹੁੰਦੇ ਹਾਂ ਅਤੇ ਉਦੋਂ ਵੀ ਕੀ ਕਹਿੰਦੇ, ਅੱਜ ਮੇਰੇ ਅੰਦਰ ਖਾਲੀਪਨ ਹੈ, ਅੱਜ ਕੋਈ ਖਿਆਲ ਮੇਰੇ ਅੰਦਰ ਨਹੀਂ ਆ ਰਿਹਾ, ਬਿਲਕੁਲ ਖਾਲੀਪਨ ਹੈ ਜੀ। ਦੁਨੀਆ ਦੇ ਲੋਕਾਂ ਲਈ ਇਹ ਖਾਲੀਪਨ ਪਰੇਸ਼ਾਨ ਕਰ ਦੇਣ ਵਾਲਾ ਹੁੰਦਾ ਹੈ, ਪਰ ਅਧਿਆਤਮਿਕ ਜੀਆਂ ਵਾਸਤੇ ਖਾਲੀਪਨ ਬਹੁਤ ਕੁਝ ਭਰ ਦੇਣ ਵਾਸਤੇ ਹੁੰਦਾ ਹੈ। ਸਿਆਣੇ ਕਹਿੰਦੇ ਨੇ, ਜੇ ਤੁਸੀਂ ਆਪਣੇ ਅੰਦਰ ਪਰਮੇਸ਼ਰ ਦੀ ਕੋਈ ਬਰਕਤ ਨੂੰ ਪਾਉਣਾ ਹੈ ਨਾ, ਤੇ ਆਪਣੇ ਅੰਦਰ ਖਾਲੀ ਕਰੋ। ਕੀ ਖਾਲੀ ਕਰੀਏ? ਜੋ ਆਪਣੇ ਅੰਦਰ ਕੂੜ ਕਬਾੜ ਨਿੰਦਾ ਚੁਗਲੀ ਭਰ ਕੇ ਬੈਠੇ ਹੋ, ਖਾਲੀ ਕਰੋ। ਇਹ ਤੁਹਾਡਾ ਘਟ, ਜਿਹਨੂੰ ਘਟ ਆਕਾਸ਼ ਕਹਿੰਦੇ ਨੇ, ਘਟ ਖਾਲੀ ਹੋਏਗਾ ਤੇ ਵਿੱਚ ਕੁਝ ਪਏਗਾ ਨਾ। ਵਸਤੂ ਅੰਦਰ ਵਸਤੂ ਸਮਾਵੈ, ਸ਼ਰਤ ਕੀ ਹੈ? ਦੂਜੀ ਹੋਵੇ ਪਾਸ। ਜਲ ਥਲ ਮਹੀਲ ਭਰਪੂਰ ਲੀਣਾ, ਔਰ ਤੁਸੀਂ ਸਾਰਿਆਂ ਥਾਵਾਂ 'ਤੇ ਇੱਕ ਸਮਾਨ ਹੋ। ਇਹ ਨਹੀਂ ਕਿ ਪਾਣੀ 'ਚ ਜ਼ਿਆਦਾ ਹੋ ਤੇ ਧਰਤੀ 'ਤੇ ਜ਼ਿਆਦਾ ਹੋ ਤੇ ਆਕਾਸ਼ ਵਿੱਚ ਜ਼ਿਆਦਾ ਹੋ, ਨਹੀਂ। ਇਹ ਰਚਨਾ ਤੁਹਾਡੀ ਹੈ, ਪਰ ਤੁਸੀਂ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਤੁਸੀਂ ਇੱਕ ਸਮਾਨ ਹੋ। ਤੁਹਾਡਾ ਕੋਈ ਵੀ, ਇਸੇ ਕਰਕੇ ਸ਼ਬਦ ਨਿਰੰਤਰ ਹੈ। ਨਿਰੰਤਰ ਦਾ ਮਤਲਬ ਉਹਦਾ ਅੰਤਰ ਤੋਂ ਬਿਨਾਂ, ਇੱਕ ਸਮਾਨ, ਸਾਰੇ ਥਾਵਾਂ 'ਤੇ ਇੱਕ ਸਮਾਨ ਵਿਆਪਕ ਹੋ। ਜਿਵੇਂ ਪਾਣੀ ਦਾ ਸੁਭਾਅ ਹੈ, ਉਹ ਕਿਤੇ ਵੀ ਹੋਏਗਾ ਇੱਕ ਹੀ ਲੈਵਲ 'ਤੇ ਰਹੇਗਾ। ਪਾਣੀ ਦੇ 2-3 ਲੈਵਲ ਨਹੀਂ ਹੋ ਸਕਦੇ। ਪਾਣੀ ਦਾ ਲੈਵਲ ਇੱਕ ਹੁੰਦਾ, ਛੱਡ ਦਿਓ ਪਾਣੀ ਆਪਣੇ ਲੈਵਲ 'ਤੇ ਪਹੁੰਚ ਜਾਏਗਾ। ਬੰਦਿਸ਼ ਖਤਮ ਕਰ ਦਿਓ, ਪਾਣੀ ਜ਼ਮੀਨੀ ਦੇ ਜਿਤਨਾ ਵੀ ਥੱਲੇ ਜਾ ਸਕਦਾ ਹੈ ਉਹ ਚਲਾ ਜਾਏਗਾ। ਉਹਦਾ ਆਪਣਾ ਇੱਕ ਲੈਵਲ ਹੈ, ਉਸੇ ਲੈਵਲ 'ਤੇ ਰਹੇਗਾ। ਕੁਦਰਤ ਦਾ ਇੱਕ ਆਪਣਾ ਪੱਖ ਹੈ, ਇਸੇ ਮੁਤਾਬਕ ਹਵਾ ਆਪਣੇ ਲੈਵਲਾਂ 'ਤੇ ਹੈ। ਇਹ ਪ੍ਰਭੂ ਜੀ, ਤੁਸੀਂ ਸਾਰੇ ਥਾਵਾਂ 'ਤੇ, ਹਰ ਥਾਂ 'ਤੇ ਇੱਕ ਥਲ ਹੈ, ਜਿਹਨੂੰ ਅਸੀਂ ਅਕਾਲ ਸਤੁਤ ਪੜ੍ਹਦੇ ਪੜ੍ਹਦੇ ਕਹਿੰਦੇ ਹਾਂ ਕਿ ਜਿਵੇਂ ਜਵਾਨ ਕੇ ਵਿਖਾਏ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵੱਡ ਹੈ, ਨਾ ਘਾਟ ਵੱਡ ਹੋਤ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ਮੇਰੇ ਵਿੱਚ ਆਤਮਾ ਵੱਡੀ ਹੈ ਅਤੇ ਕੀੜੀ ਵਿੱਚ ਛੋਟੀ ਹੈ ਅਤੇ ਹਾਥੀ ਵਿੱਚ ਬਹੁਤ ਵੱਡੀ ਆਤਮਾ। ਨਹੀਂ। ਚੀਂਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾ। ਸਭ ਦੀ ਆਤਮਾ ਇੱਕੋ ਜਿਹੀ ਨਹੀਂ, ਰੂਹ ਮੰਡਲ ਇੱਕੋ ਹੀ ਸਭ ਦਾ। ਤੁਸੀਂ ਸਾਰਿਆਂ ਵਿੱਚ ਸਮਾਨ ਹੈ। ਜਲ ਥਲ ਮਹੀਲ ਭਰਪੂਰ ਲੀਣਾ, ਆਪੇ ਸਰਬ ਸਮਾਣਾ। ਹੇ ਸੱਚੇ ਪਾਤਸ਼ਾਹ, ਤੁਸੀਂ ਤੇ ਸਾਰੇ ਥਾਵਾਂ 'ਤੇ ਆਪ ਹੀ ਆਪ ਸਮਾਏ ਹੋਏ ਹੋ। ਆਪ ਹੀ ਆਪ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਤੁਸੀਂ ਸਭ ਥਾਵਾਂ 'ਤੇ ਸਮਾਏ ਹੋਏ ਹੋ। ਇਸ ਕਰਕੇ ਬੇਨਤੀ ਹੈ, ਜਦੋਂ ਇੰਨੀ ਕੁ ਗੱਲ ਕਿਸੇ ਦੀ ਸਮਝ ਆ ਜਾਏ ਕਿ ਹਰ ਥਾਂ 'ਤੇ ਪ੍ਰਭੂ ਜੀ ਆਪ ਹੀ ਆਪ ਹੈ ਅਤੇ ਇੱਕ ਸਮਾਨਾਂਤਰ ਸਮਾਏ ਹੋਏ ਨੇ, ਅਤੇ ਫਿਰ ਇੱਕ ਗੱਲ 'ਤੇ ਫਿਰ ਭਗਤ ਕਹਿ ਸਕਦਾ ਨਾ। ਜਾਂ ਤਾਂ ਵੀ ਪਿੱਛੇ ਇੱਕ ਵਚਨ ਆਪਾਂ ਪੜ੍ਹਿਆ ਸੀ ਮਹਾਰਾਜ ਦਾ, ਨਦਰ ਕਰੇ ਤਾਂ ਅੱਖੀਂ ਦੇਖਾਂ। ਆ ਪਿਛਲੇ ਸ਼ਬਦ 'ਚ ਇੱਕ ਵਚਨ ਸੀ ਨਾ, ਨਦਰ ਕਰੇ ਤਾਂ ਅੱਖੀਂ ਦੇਖਾਂ, ਜੇ ਕਿਰਪਾ ਕਰੇ ਤਾਂ ਮੈਂ ਤੈਨੂੰ ਅੱਖਾਂ ਨਾਲ ਦੇਖ ਸਕਦਾ। ਇਹ ਤਾਬ ਹੈ। ਹਾਲਾਂਕਿ ਮੇਰੇ ਕੋਲ ਇਹ ਤਾਬ ਤਾਣ ਨਹੀਂ ਹੈ ਕਿ ਮੈਂ ਦੇਖਾਂ, ਪਰ ਜੇ ਤੁਸੀਂ ਕਿਰਪਾ ਕਰਦੇ ਹੋ ਤਾਂ ਫਿਰ ਮੈਂ ਤੁਹਾਡੇ ਦੀਦਾਰ ਕਰ ਸਕਦਾ। ਅਤੇ ਅੱਜ ਉਸੇ ਗੱਲ ਦੀ, ਇਹ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੈ। ਹੁਣ ਮੈਨੂੰ ਕੀ ਸਮਝ ਆਉਂਦਾ, ਜਹ ਜਹ ਦੇਖਾਂ ਤਹ ਜੋਤ ਤੁਮਾਰੀ। ਮੈਂ ਤਾਂ ਜਿੱਧਰ ਵੀ ਦੇਖਦਾ ਤੁਹਾਡੀ ਜੋਤ ਨਜ਼ਰ ਆਉਂਦੀ ਹੈ। ਮੈਂ ਜਿਸ ਪਾਸੇ ਮੂੰਹ ਕਰਦਾ ਉਸ ਪਾਸੇ ਜਤ ਦੇਖਾਂ ਤਤ ਤੂੰ ਨਜ਼ਰ ਆਉਣਾ। ਅਸੀਂ ਸਾਖੀਆਂ ਵਿੱਚੋਂ 2-3-4 ਮਹਾਂਪੁਰਖਾਂ ਦੀਆਂ ਗੱਲਾਂ ਜੋ ਕਦੇ ਕਦੇ ਸਮੇਂ ਸਮੇਂ ਪੜ੍ਹਦੇ ਸੁਣਦੇ ਰਹਿੰਦੇ ਹਾਂ, ਉਹਨਾਂ ਨੇ ਇਹਨਾਂ ਗੱਲਾਂ ਨੂੰ ਪ੍ਰਗਟ ਕੀਤਾ ਹੈ। ਅਸੀਂ ਦੇਖਿਆ ਜਦੋਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੀ 10ਵੀਂ ਜੋਤ ਦਸ਼ਮੇਸ਼ ਪਾਤਸ਼ਾਹ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਤੇ ਸਾਈਂ ਭੀਖਣ ਸ਼ਾਹ ਜੀ ਉਸ ਵਕਤ ਖੁਦਾ ਦੀ ਬੰਦਗੀ 'ਚ ਟਿਕੇ ਨੇ। ਰਸਨਾ ਅਤੇ ਸ਼ਬਦ ਕਿਹੜਾ ਹੈ ਅਸੀਂ ਇਹਦੇ ਬਾਰੇ ਨਹੀਂ ਕਹਿ ਪਾਵਾਂਗੇ, ਕਿਉਂਕਿ 5 ਵਕਤ ਦੇ ਨਮਾਜ਼ੀ ਹੋਣਗੇ, ਹੁਸਦਾ ਅੱਲਾ ਖੁਦਾ ਕੋ ਜਪ ਰਹੇ ਹੋਣ, ਪਰ ਉਸ ਨੂਰ ਪ੍ਰਕਾਸ਼ ਦੇ ਦੀਦਾਰ ਕਰਨ ਵਾਲੇ ਨੇ। ਉਹਨਾਂ ਨੂੰ ਦੱਸਿਆ ਗਿਆ ਕਿ ਉਹਦਾ ਨੂਰ ਇਹੋ ਜਿਹਾ ਹੈ, ਉਸ 'ਤੇ ਨੂਰ ਦੇ ਦੀਦਾਰ ਕਰਦੇ ਨੇ। ਅਤੇ ਪਰ ਉਹ ਨੂਰ ਅੱਜ ਚੜ੍ਹਦੇ 'ਚ ਨਜ਼ਰ ਆਉਂਦਾ ਹੈ, ਪ੍ਰਗਟ ਹੁੰਦਾ ਅਤੇ ਚੜ੍ਹਦੇ ਨੂੰ ਮੱਥਾ ਟੇਕ ਦਿੰਦੇ ਨੇ। ਜਦੋਂ ਉਹਨਾਂ ਦੇ ਸ਼ਾਗਿਰਦ, ਜਿਹਨੂੰ ਆਪਾਂ ਮੁਰੀਦ ਕਹਿੰਦੇ ਹਾਂ, ਉਹ ਸਵਾਲ ਪੁੱਛਦੇ ਨੇ, ਬਾਬਾ ਤੁਸਾਂ ਇਹ ਮਰਿਆਦਾ ਦੀ ਉਲੰਘਣਾ ਕੀਤੀ ਹੈ, ਕਿਉਂਕਿ ਉਹਨਾਂ ਦੀ ਮਰਿਆਦਾ ਦੇ ਮੁਤਾਬਕ ਨਮਾਜ਼ ਪੜ੍ਹਦੇ ਆ ਜਾਂ ਬੰਦਗੀ ਕਰਨ ਤੋਂ ਬਾਅਦ ਵਿੱਚ
ਜੋ ਮੱਥਾ ਟੇਕਣਾ ਹੈ ਉਹਨਾਂ ਦੇ ਮੁਤਾਬਕ ਸਜਦਾ ਕਰਨਾ ਹੁੰਦਾ ਹੈ, ਉਹ ਲਹਿੰਦੇ ਨੂੰ ਕਰਨਾ। ਆਪਾਂ ਜਿਵੇਂ ਕਦੇ ਕਦੇ ਕਿਤੇ ਬੈਠੇ ਪਾਠ ਕਰਦੇ ਹਾਂ ਅਤੇ ਸਾਨੂੰ ਦੱਸਿਆ ਗਿਆ ਕਿ ਭਾਈ ਜਦੋਂ ਵੀ ਕਿਸੇ ਸ਼ਬਦ ਦੀ ਸੰਪੂਰਨਤਾ ਕਰਦੇ ਹੋ, ਮੰਨ ਲਓ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਅਤੇ ਜਦੋਂ ਸੰਪੂਰਨਤਾ ਕਰਦੇ ਹਾਂ, ਜਿਸ ਵੀ ਪਾਸੇ ਸਾਡਾ ਮੁੱਖ ਹੈ ਅਸੀਂ ਅਦਬ ਨਾਲ ਸਿਰ ਝੁਕਾ ਕੇ ਨਮਸਕਾਰ ਕਰਦੇ ਹਾਂ। ਅਸੀਂ ਭਾਵੇਂ ਬੈਠੇ ਹੋਈਏ, ਭਾਵੇਂ ਸਫ਼ਰ ਕਰਦੇ ਹੋਈਏ, ਅਸੀਂ ਇਹ ਮਾਇਨੇ ਨਹੀਂ ਕਰਦੇ ਕਿ ਸਾਡੇ ਸਾਹਮਣੇ ਕੌਣ ਹੈ। ਕਈ ਵਾਰ ਸਫ਼ਰ ਕਰਦਿਆਂ ਸਾਹਮਣੇ ਮੁਰਲੀ ਕਤਾਰ 'ਚ ਕੋਈ ਹੋਰ ਹੀ ਬੈਠਾ ਹੈ, ਕੀ ਫਰਕ ਪੈਂਦਾ ਹੈ? ਉਹ ਆਪਣਾ ਬੈਠਾ ਰਹੇ, ਅਸੀਂ ਉਹਨੂੰ ਤਾਂ ਜਾਣਦੇ ਹੀ ਨਹੀਂ। ਅਸੀਂ ਤਾਂ ਜਿਹਦਾ ਪਾਠ ਕਰਦੇ ਹਾਂ, ਜਿਹਦੀ ਬਾਣੀ ਪੜ੍ਹਦੇ ਹਾਂ, ਅਸੀਂ ਤਾਂ ਉਹਦੇ ਅੱਗੇ ਨਤਮਸਤਕ ਹੋ ਜਾਂਦੇ ਹਾਂ। ਉਹਨਾਂ ਦਾ ਨਿਯਮ ਹੈ ਕਿ ਜਦੋਂ ਵੀ ਕਿਤੇ ਅਸੀਂ ਇਸ ਤਰ੍ਹਾਂ ਬੰਦਗੀ ਕਰਨੀ ਹੈ, ਲਹਿੰਦੇ ਵੱਲ ਸਜਦਾ ਕਰਨਾ। ਪਰ ਅੱਜ ਜਦੋਂ ਉਹਨਾਂ ਨੇ ਬੰਦਗੀ ਕੀਤੀ ਹੈ, ਉਹਨਾਂ ਸਜਦਾ ਚੜ੍ਹਦੇ ਵੱਲ ਕਰ ਦਿੱਤਾ ਹੈ। ਅਤੇ ਪੁੱਛਿਆ ਗਿਆ ਅਤੇ ਕਹਿਣ ਲੱਗੇ, ਸਾਨੂੰ ਦੱਸਿਆ ਗਿਆ ਹੈ ਕਿ ਨੂਰ ਦਾ ਪ੍ਰਕਾਸ਼ ਲਹਿੰਦੇ ਵੱਲ ਹੈ, ਨੂਰ ਦਾ ਟਿਕਾਣਾ ਲਹਿੰਦੇ ਵੱਲ ਹੈ। ਸਾਰੇ ਕਹਿਣ ਲੱਗੇ, ਹਾਂ ਮਹਾਰਾਜ, ਦੱਸਿਆ ਤਾਂ ਇਹ ਗਿਆ ਸਾਡੀ ਸ਼ਰੀਅਤ ਮੁਤਾਬਕ ਕਿ ਲਹਿੰਦੇ ਵੱਲ, ਕਾਬੇ ਵੱਲ ਉਹਦਾ ਨੂਰ ਹੈ। ਕਹਿਣ ਲੱਗੇ, ਪਰ ਮੈਂ ਦੇਖਿਆ ਚੜ੍ਹਦੇ ਵੱਲ ਹੈ। ਦੱਸਿਆ ਗਿਆ ਹੈ ਲਹਿੰਦੇ ਵੱਲ, ਪਰ ਮੈਂ ਦੇਖਿਆ ਚੜ੍ਹਦੇ ਵੱਲ ਹੈ। ਯਾਦ ਰੱਖਣਾ, ਉਹ ਨੂਰ ਜੋ ਨਾ ਦੇਖਿਆ ਚੜ੍ਹਦੇ ਵੱਲ। ਤਾਂ ਆਪ ਨੂੰ ਪਤਾ ਜੋ ਲਖਨਊ ਹੈ ਨਾ, ਵਾਲੇ ਦੇ ਨੇੜੇ, ਇੱਥੇ ਪਾਤਸ਼ਾਹ ਦਸ਼ਮੇਸ਼ ਜੀ ਖੇਡਾਂ ਕਰ ਰਹੇ ਸਨ। ਜਦੋਂ ਪਟਨਾ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਦੇ ਦਰਮਿਆਨ, ਬਾਲ ਰੂਪ ਪਹਿਲੀ ਯਾਤਰਾ ਹੈ, ਇੱਥੇ ਆਪਣੇ ਹਾਣੀਆਂ ਦੇ ਨਾਲ ਖੇਡਾਂ ਕਰਦੇ ਸਨ। ਇੱਕ ਫਕੀਰ ਪਾਲਕੀ 'ਤੇ ਬੈਠਾ ਹੋਇਆ, ਆਪਣੇ ਮੁਰੀਦਾਂ ਕਹਾਰਾਂ ਨੇ ਪਾਲਕੀ ਚੁੱਕੀ ਹੈ, ਉਹ ਵੀ ਸਫ਼ਰ ਕਰਦਾ ਜਾ ਰਿਹਾ। ਆਰਫਦੀਨ ਉਹਦਾ ਨਾਮ ਆਉਂਦਾ ਹੈ। ਆਰਫਦੀਨ ਪਾਲਕੀ 'ਤੇ ਬਜ਼ੁਰਗ ਅਵਸਥਾ ਦਾ ਫਕੀਰ ਹੈ, ਵੱਡਪਣ ਹੈ, ਪਾਲਕੀ 'ਤੇ ਸਵਾਰ ਹੈ। ਉਹਦੇ ਮੁਰੀਦਾਂ ਨੇ, ਸੇਵਕਾਂ ਨੇ ਪਾਲਕੀ ਚੁੱਕੀ ਹੈ। ਉਹ ਆਪਣੇ ਤਰੀਕੇ ਦੇ ਨਾਲ ਬੰਦਗੀ ਕਰਦੇ, ਜਿਵੇਂ ਆਪਾਂ ਸਤਿਨਾਮ ਵਾਹਿਗੁਰੂ ਜਾਪ ਕਰਦੇ ਜਾਂਦੇ ਹਾਂ, ਉਹ ਆਪਣੇ ਫਕੀਰ ਦੇ ਨਾਲ, ਸਾਈਂ ਦੇ ਨਾਲ ਆਪਣੇ ਢੰਗ ਨਾਲ ਖੁਦਾ ਖੁਦਾ ਜਪਦੇ ਜਾ ਰਹੇ ਨੇ। ਅਚਾਨਕ ਪਾਲਕੀ ਦੇ ਪਰਦਿਆਂ ਨੂੰ ਪਰਾਂ ਕਰਕੇ ਆਰਫਦੀਨ ਇੱਕ ਮੈਦਾਨ ਵੱਲ ਦੇਖਦੇ ਨੇ। ਉੱਥੇ ਜਿਉਂ ਨਿਗਾਹ ਪੈਂਦੀ ਹੈ ਅਤੇ ਪਾਲਕੀ ਤੋਂ ਛਾਲ ਮਾਰ ਕੇ ਥੱਲੇ ਡਿੱਗ ਪੈਂਦੇ ਨੇ। ਹੁਣ ਪਾਲਕੀ ਤੋਂ ਥੱਲੇ ਉਤਰ ਜਾਂਦੇ ਨੇ, ਉਤਰਦੇ ਨੇ ਅਤੇ ਵਾਹੂ ਦਾ ਹੀ ਨੱਠਦੇ ਨੇ। ਅਤੇ ਅੱਗੇ ਜੋ ਬਾਲਕ ਖੇਡ ਰਹੇ ਨੇ, ਉਹਨਾਂ ਬਾਲਕਾਂ ਦੇ ਵਿੱਚੋਂ ਵੀ ਇੱਕ ਬਾਲਕ ਸਾਵਧਾਨ ਹੋ ਜਾਂਦਾ, ਸੁਚੇਤ ਹੋ ਜਾਂਦਾ ਅਤੇ ਸੁਚੇਤ ਹੁੰਦਾ ਹੈ ਅਤੇ ਬਜ਼ੁਰਗ ਫਕੀਰ ਆਰਫਦੀਨ ਜਾ ਕੇ ਚਰਨਾਂ 'ਤੇ ਢਹਿ ਪੈਂਦੇ ਨੇ, ਬੜੇ ਅਦਬ ਨਾਲ ਮੱਥਾ ਟੇਕਦੇ ਨੇ। ਕੁਝ ਪਲ ਉਸੇ ਰੂਪ ਰੰਗ ਨਿਹਾਰਦੇ ਰਹਿੰਦੇ ਨੇ, ਦਰਸ਼ਨ ਕਰਦੇ ਰਹਿੰਦੇ ਨੇ। ਕੁਝ ਮਿੱਠੇ ਪਿਆਰੇ ਬੋਲ ਕਹਿ ਕੇ ਫਿਰ ਆਪਣੇ ਪਾਲਕੀ 'ਚ ਸਵਾਰ ਹੁੰਦੇ ਨੇ, ਕਹਾਰ ਪਾਲਕੀ ਚੁੱਕਦੇ ਨੇ। ਪਰ ਹੁਣ ਪਾਲਕੀ 'ਚ ਬੈਠਦੇ ਨਹੀਂ ਗੇ। ਜਿੱਥੋਂ ਤੱਕ ਨਿਗਾਹ ਕੰਮ ਕਰਦੀ ਜਾਂਦੀ, ਮੁੜ ਮੁੜ ਕੇ ਦੇਖਦੇ ਨੇ, ਉਹ ਬਾਲਕ ਦੀ ਨਜ਼ਰ ਆਉਂਦੇ ਨੇ, ਇਹ ਬਾਬਾ ਜੀ ਪਾਲਕੀ 'ਚ ਨਹੀਂ ਬੈਠਦੇ। ਜਦੋਂ ਨਿਗਾਹ ਕੰਮ ਕਰਨੋਂ ਹਟ ਜਾਂਦੀ ਮਨੁੱਖੀ ਮੰਡਲ ਦੀ, ਫਿਰ ਪਾਲਕੀ 'ਚ ਬਹਿ ਕੇ ਅਗਾਂਹ ਲੰਘ ਜਾਂਦੇ ਨੇ। ਜਦੋਂ ਪਾਲਕੀ 'ਚ ਬੈਠ ਕੇ ਅਗਲੇ ਪੜਾਵ 'ਤੇ ਉਤਰਦੇ ਨੇ, ਅਤੇ ਉਹ ਕਹਾਰ ਅਤੇ ਜੋ ਮੁਰੀਦ ਸਨ ਸਾਡੇ ਵਰਗੇ ਚੇਲੇ ਨਾਲ ਕਹਿਣ ਲੱਗੇ, ਬਾਬਾ ਤੁਸਾਂ ਤੇ ਸ਼ਰੀਅਤ ਦੇ ਖਿਲਾਫ ਕੰਮ ਕਰ ਦਿੱਤਾ। ਜਦੋਂ ਆਪਾਂ ਕਦੇ ਕਦੇ ਇੱਕ ਮਰਿਆਦਾ ਦੇ ਉਲਟ ਕੰਮ ਕਰ ਦਿੱਤਾ। ਕਹਿਣ ਲੱਗੇ ਵੀ ਕੀ ਹੋਇਆ? ਕਹਿਣ ਲੱਗੇ, ਤੁਸੀਂ ਵੱਡੇ ਹੋ, ਉਮਰ ਕਰਕੇ ਵੱਡੇ ਹੋ, ਪੀਰ ਹੋ, ਅਤੇ ਉਹ ਨਿੱਕੇ ਨਿੱਕੇ ਬਾਲਕੇ ਮੈਦਾਨ 'ਚ ਖੇਡਦੇ ਸਨ। ਤੁਹਾਨੂੰ ਪਤਾ ਬਾਲਕ ਖੇਡਦੇ, ਇਹ ਕਾਫਰਾਂ ਦੇ ਬਾਲਕ ਸਨ, ਹਿੰਦੂਆਂ ਦੇ ਬੱਚੇ ਸਨ। ਅਤੇ ਉਹਨਾਂ ਬੱਚਿਆਂ 'ਚੋਂ ਇੱਕ ਬੱਚੇ ਨੂੰ ਤੁਸੀਂ ਮੱਥਾ ਟੇਕ ਆਏ ਹੋ। ਪਹਿਲੀ ਗੱਲ ਤਾਂ ਸਾਡੇ ਮੰਡਲਾਂ 'ਚ ਕਿਸੇ ਬੰਦੇ ਨੂੰ ਮੱਥਾ ਹੀ ਨਹੀਂ ਟੇਕਣਾ। ਦੂਜੀ ਗੱਲ, ਤੁਸੀਂ ਉਮਰ ਕਰਕੇ ਵੱਡੇ ਹੋ, ਉਹ ਬਾਲਕੇ ਸਨ। ਤੀਜੀ ਗੱਲ, ਉਹ ਕਾਫਰਾਂ ਦੇ ਬੱਚੇ, ਤੁਸੀਂ ਉਹਨੂੰ ਮੱਥਾ ਟੇਕ ਕੇ ਆਇਓ। ਉਹਨੇ ਵੀ ਇਹੀ ਕਿਹਾ ਸੀ, ਤੁਸੀਂ ਸੁਣਿਆ ਖੁਦਾ ਦਾ ਨੂਰ ਹੁੰਦਾ ਹੈ? ਕਹਿਣ ਲੱਗੇ, ਹਾਂ ਸੁਣਿਆ ਹੈ ਸਾਰੇ ਵਡੇਰਿਆਂ ਤੋਂ ਵੀ ਖੁਦਾ ਨੂਰੋ ਨੂਰ ਹੈ, ਨੂਰ ਹੀ ਨੂਰ ਹੈ। ਕਹਿਣ ਲੱਗੇ, ਦੇਖਿਆ ਜੇ ਕਦੇ? ਕਹਿਣ ਲੱਗੇ, ਨਹੀਂ ਦੇਖਿਆ ਨਹੀਂ, ਇਹ ਸੁਣਿਆ ਤੁਹਾਡੇ ਵਰਗੇ ਬਜ਼ੁਰਗਾਂ ਤੋਂ ਕਿ ਖੁਦਾ ਨੂਰ ਹੀ ਨੂਰ ਹੈ। ਉਹਨਾਂ ਪੁੱਛਿਆ, ਬਾਬਾ ਤੁਸਾਂ ਦੇਖਿਆ? ਕਹਿਣ ਲੱਗੇ, ਹਾਂ ਮੈਂ ਸਮਾਧੀਆਂ ਦੇ ਵਿੱਚ ਜਦੋਂ ਧਿਆਨ 'ਚ ਬੈਠਾ ਨਾ, ਬੰਦਗੀ 'ਚ ਖੁਦਾ ਦੀ, ਉਦੋਂ ਉਸ ਨੂਰ ਦੀ ਝਲਕ ਦੇਖੀ ਹੈ। ਅਤੇ ਕਹਿਣ ਲੱਗੇ, ਦੱਸੋ ਵੀ ਜੇ ਨੂਰ ਦੀ ਝਲਕ ਸਮਾਧੀ 'ਚ ਦੇਖੀ ਹੋਵੇ, ਅਤੇ ਜੇ ਉਹੀ ਨੂਰ ਸਾਖਿਆਤ ਪ੍ਰਗਟ ਖੇਡਦਾ ਨਜ਼ਰ ਆਏ ਤਾਂ ਕੀ ਕਰੋਗੇ? ਕਹਿਣ ਲੱਗੇ, ਮਹਾਰਾਜ ਅਦਬ ਨਾਲ ਸਿਰ ਝੁਕਾਵਾਂਗੇ, ਸਜਦਾ ਕਰਾਂਗੇ, ਕਦਮਬੋਸੀ ਕਰਾਂਗੇ। ਕਹਿਣ ਲੱਗੇ, ਇਹੀ ਤਾਂ ਮੈਂ ਕਰਕੇ, ਅਤੇ ਮੈਂ ਕੀ ਉਲਟ ਕਰਕੇ ਆਇਆ? ਉਹੀ ਨੂਰ ਤੇ ਨੂਰ ਹੈ, ਉਹੀ ਤਾਂ ਮੈਂ ਦੇਖ ਕੇ ਆਇਆ, ਉਸ ਨੂੰ ਤਾਂ ਮੈਂ ਸਜਦਾ ਕਰਕੇ ਆਇਆ। ਸਾਡੇ ਇਤਿਹਾਸ ਦੀ ਤੀਜੀ ਵੱਡੀ ਘਟਨਾ ਆਪਨੇ ਪੜ੍ਹੀ ਸੁਣੀ ਹੋਣੀ ਆ। ਸਾਈਂ ਮੀਆਂ ਮੀਰ ਜੀ ਉਮਰ ਕਰਕੇ ਬਜ਼ੁਰਗ ਹੋ ਗਏ।
ਹਰਗੋਬਿੰਦ ਸਾਹਿਬ ਜੀ ਸਾਈਂ ਮੀਆਂ ਮੇਰੇ ਸਾਹਮਣੇ ਉਮਰ ਕਰਕੇ ਬਹੁਤ ਛੋਟੇ ਰਹੇ ਨੇ, ਬਾਲਕ ਨੇ, ਕਿਉਂਕਿ ਸਾਹਿਬ ਜੀ ਕੇ ਪ੍ਰਕਾਸ਼ ਦੇ ਵੇਲੇ ਵੀ ਸਾਈਂ ਦੇ ਨਾਲ ਮਹਾਰਾਜ ਦੀਆਂ ਸਾਂਝਾਂ ਮਿੱਤਰਤਾਵਾਂ ਨੇ, ਹੱਥਾਂ 'ਚ ਖੇਡੇ ਵੀ ਨੇ ਇੱਕ ਹਿਸਾਬ ਨਾਲ। ਪਰ ਜਦੋਂ ਹਰਗੋਬਿੰਦ ਸਾਹਿਬ ਜੀ ਸਾਈਂ ਮੀਆਂ ਮੀਰ ਨੂੰ ਮੁਲਾਕਾਤ ਕਿਤੇ ਹੁੰਦੀ ਹੈ ਤੇ ਸਾਈਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮਹਾਰਾਜ ਘੋੜੇ 'ਤੇ ਸਵਾਰ ਰਹਿਣ, ਤੇ ਜੇ ਘੋੜੇ ਤੋਂ ਉਤਰਨ 'ਤੇ ਰਕਾਬ 'ਤੇ ਤਲੀਆਂ ਧਰਦਾ, ਮਹਾਰਾਜ ਮੇਰੇ ਇੱਕ ਇਹਨਾਂ ਹੱਥਾਂ 'ਤੇ ਕਦਮ ਧਰੋ, ਤਲੀਆਂ ਵਿਛਾਉਂਦਾ ਹੈ, ਹੱਥ ਫੜ ਕੇ ਨਾਲ ਲੈ ਕੇ ਆਉਂਦਾ ਹੈ, ਆਪਣੇ ਤੋਂ ਉੱਚਾ ਥਾਂ ਦੇ ਕੇ ਬਿਠਾਉਂਦਾ ਹੈ, ਕੋਲ ਬੈਠਦਾ ਹੈ, ਕਦਮ ਬੋਸੀਆਂ ਕਰਦਾ ਹੈ, ਸਜਦੇ ਕਰਦਾ ਹੈ। ਜਿਤਨਾ ਸਮਾਂ ਮਹਾਰਾਜ ਉਹਦੇ ਕੋਲ ਬੈਠਦੇ ਨੇ ਬੜੇ ਅਦਬ ਦੇ ਨਾਲ, ਭਾਵ ਦੇ ਨਾਲ ਗੱਲਬਾਤ ਕਰਦਾ ਹੈ। ਅਤੇ ਫਿਰ ਜਦੋਂ ਮਹਾਰਾਜ ਵਿਦਾ ਹੁੰਦੇ ਨੇ, ਦਰਵਾਜ਼ਿਆਂ ਤੱਕ ਵਿਦਾ ਕਰਦਾ ਹੈ ਅਤੇ ਰਕਾਬ ਸਣੇ ਚਰਨਾਂ 'ਤੇ ਸਿਰ ਧਰ ਕੇ ਮੱਥਾ ਟੇਕ ਕੇ ਖੁਸ਼ੀਆਂ ਲੈ ਕੇ ਵਾਪਸ ਆਉਂਦਾ ਹੈ। ਅਤੇ ਆਪਾਂ ਨੂੰ ਪਤਾ ਸ਼ਾਹਜਹਾਨ ਨੇ ਸਾਈਂ ਜੀ 'ਤੇ ਸਵਾਲ ਕੀਤਾ ਸੀ, ਸਾਈਂ ਜੀ ਤੁਸੀਂ ਆਹ ਜੋ ਕੰਮ ਕਰਦੇ ਹੋ ਨਾ, ਮੈਨੂੰ ਬੜਾ ਗੁੱਸਾ ਲੱਗਦਾ ਹੈ। ਸਾਈਂ ਕਹਿਣ ਲੱਗੇ ਕਿਉਂ? ਕਹਿਣ ਲੱਗੇ ਇਸ ਕਰਕੇ ਗੁੱਸਾ ਲੱਗਦਾ ਹੈ ਕਿ ਤੁਸੀਂ ਕਾਫਰ ਦੇ ਕੇ ਚੁੱਕਦੇ ਹੋ, ਉਹ ਉਮਰ 'ਚ ਵੀ ਛੋਟੇ ਅਤੇ ਕਾਫਰ ਹੈ, ਤੁਸੀਂ ਇਸਲਾਮ ਨੂੰ ਝੁਕਾ ਦਿੰਦੇ ਹੋ, ਪਰ ਮੈਂ ਕੀ ਕਰਾਂ, ਤੁਸੀਂ ਪੀਰ ਵੀ ਬੜੇ ਵੱਡੇ ਹੋ, ਤੁਹਾਡਾ ਮਾਣ ਰੁਤਬਾ ਵੀ ਬੜਾ ਵੱਡਾ ਹੈ। ਉਸ ਵਕਤ ਸਾਈਂ ਨੇ ਹੀ ਕਿਹਾ ਸੀ ਕਿ ਬਾਦਸ਼ਾਹ ਜੀ ਤੁਸੀਂ ਦੁਨੀਆ ਦੇ ਬਾਦਸ਼ਾਹ ਹੋ ਨਾ? ਕਹਿਣ ਲੱਗੇ ਹਾਂ, ਇਹ 'ਚ ਕੋਈ ਸ਼ੱਕ ਥੋੜ੍ਹਾ ਹੈ। ਕਹਿਣ ਲੱਗੇ ਜਦੋਂ ਤੁਸੀਂ ਆਪਣੀ ਠੱਠ ਵਿੱਚ ਬਣਤਰ ਵਿੱਚ ਕਿਸੇ ਬਾਜ਼ਾਰ 'ਚ ਲੰਘਦੇ ਹੋ, ਨਗਰ 'ਚ ਲੰਘਦੇ ਹੋ, ਅਤੇ ਤੁਹਾਡੀ ਰਈਅਤ ਕੀ ਕਰਦੀ? ਕਹਿਣ ਲੱਗੇ ਸਲਾਮਾਂ ਕਰਦੀ ਹੈ। ਬਾਦਸ਼ਾਹ ਹਾਂ ਅਤੇ ਰਈਅਤ ਸਲਾਮਾਂ ਕਰਦੀ ਹੈ। ਕਹਿਣ ਲੱਗੇ ਫਿਰ ਸਾਡੇ ਬਾਰੇ ਕੀ ਖਿਆਲ ਹੈ? ਕਹਿਣ ਲੱਗਾ ਤੁਸੀਂ ਪੀਰ ਫਕੀਰ ਹੋ। ਕਹਿਣ ਲੱਗੇ ਅਸੀਂ ਕਿਹਦੀ ਸਿੱਧੀ ਰਈਅਤ ਹਾਂ? ਕਹਿਣ ਲੱਗੇ ਖੁਦਾ ਦੇ ਨੂਰ ਦੀ, ਖੁਦਾ ਦੀ। ਕਹਿਣ ਲੱਗੇ ਜੀ ਸਾਨੂੰ ਖੁਦਾ ਨਜ਼ਰ ਆਵੇ, ਨੂਰ ਨਜ਼ਰ ਆਵੇ ਅਤੇ ਅਸੀਂ ਸਲਾਮਾਂ ਨਹੀਂ ਕਰਾਂਗੇ। ਕਹਿਣ ਲੱਗੇ ਹੋਣਗੀਆਂ। ਕਹਿਣ ਲੱਗੇ ਜਦੋਂ ਅਸੀਂ ਬੰਦਗੀ ਦੇ ਮੁਕਾਮ 'ਤੇ ਹੁੰਦੇ ਹਾਂ ਅਤੇ ਸਾਨੂੰ ਜੋ ਖੁਦਾ ਦੇ ਦਰ 'ਤੇ ਨੂਰ ਝਲਕਦਾ ਹੈ, ਜੋ ਮਨੁੱਖੀ ਚਿਹਰੇ ਦੀ ਬਣਤਰ ਝਲਕਦੀ ਹੈ, ਉਹ ਇਸ ਚਿਹਰੇ ਦੇ ਵਿੱਚੋਂ ਨਜ਼ਰ ਆਉਂਦੀ ਹੈ ਜਿਸ ਨੂੰ ਤੂੰ ਕਾਫਰ ਹਰਗੋਬਿੰਦ ਕਹਿੰਦਾ। ਇਹ ਉਹੀ ਨੂਰ ਹੈ, ਉਹੀ ਡਲਕਦਾ ਹੋਇਆ। ਅਤੇ ਮੈਂ ਫਿਰ ਕਿਉਂ ਨਾ ਕਦਮ ਬੋਸੀ ਕਰਾਂ? ਇਹ ਤੂੰ ਕਦਮ ਬੋਸੀ ਕਹਿੰਦਾ, ਮੈਨੂੰ ਤੂੰ ਕਰਨ ਨਹੀਂ ਦਿੰਦੇ। ਉਹ ਮਾਣ ਅਤੇ ਪਿਆਰ ਕਰਦੇ ਨੇ, ਮੇਰਾ ਤਾਂ ਚਿੱਤ ਕਰਦਾ ਕਿ ਮੈਂ ਲਿਟ ਜਾਵਾਂ ਅਤੇ ਉੱਪਰ ਉਹ ਆਪਣੇ ਕਦਮ ਧਰ ਦੇਣ ਅਤੇ ਫਿਰ ਲੰਘ ਕੇ ਆਉਣ। ਪਾਵਨ ਬਾਣੀ 'ਚ ਇੱਕ ਬੜਾ ਪਿਆਰਾ ਬਚਨ ਹੈ, ਜੇ ਕਿਤੇ ਐਸਾ ਮੌਕਾ ਬਣ ਜਾਏ ਕਰਨ ਦੇ ਵੀ ਤਾਂ ਹਰ ਨਾ ਕੋਈ ਕਰ ਨਹੀਂ ਦਿੰਦੇ, ਵੀ ਮੈਂ ਜ਼ਮੀਨ 'ਤੇ ਲਿਟ ਜਾਵਾਂ, ਆਸਨ ਦਰੀ ਚਾਦਰ ਦੇ ਥਾਂ 'ਤੇ ਮੈਂ ਲਿਟ ਜਾਵਾਂ, ਉੱਤੇ ਬੈਸਣ ਆਪਣੇ ਪਾਵਨ ਪਾਠ ਕਰਦੇ ਕਰ ਮੂੰਹ ਥਿਆਉ ਤਖਤ ਪੀਰੀ ਮਹਿੰਜੇ ਪਾਤਸ਼ਾਹ। ਹੇ ਸੱਚੇ ਪਾਤਸ਼ਾਹ, ਕਿਤੇ ਮੌਕਾ ਬਣ ਤੇ ਮੈਂ ਹੀ ਤਖਤ ਬਣ ਜਾਵਾਂ। ਜਿਵੇਂ ਨਿੱਕੇ ਨਿੱਕੇ ਬਾਲ ਕੇ ਪਿੱਠ 'ਤੇ ਬੈਠ ਜਾਂਦੇ ਨਾ, ਬਸ ਇਸੇ ਤਰ੍ਹਾਂ ਆਪ ਦੇ ਬੈਸਣ ਵਾਸਤੇ ਮੈਂ ਆਸਣ ਬਣ ਜਾਵਾਂ, ਤੁਸੀਂ ਉੱਤੇ ਬੈਠ ਜਾਓ। ਮੂੰਹ ਥਿਆਉ ਤਖਤ ਪੀਰੀ ਮਹਿੰਜੇ ਪਾਤਸ਼ਾਹ। ਕਹਿਣ ਲੱਗੇ ਜਲ ਤੇਰਾ ਬਹੁਤ ਵੱਡਾ ਨੂਰ ਹੈ, ਤੂੰ ਜਲਾਂ ਵਿੱਚ, ਥਲਾਂ ਵਿੱਚ, ਹਰ ਥਾਂ 'ਤੇ ਸਮਾਇਆ ਹੋਇਆ। ਬਸ ਮੈਂ ਜਦੋਂ ਦੇਖਦਾ ਜਹ ਜਹ ਦੇਖਾ ਤਹ ਜੋਤ ਤੁਮਾਰੀ, ਤੇਰਾ ਰੂਪ ਕਿਨੇਹਾ, ਆਹ ਕੈਸਾ ਰੂਪ ਤੇਰਾ ਹੈ, ਮੈਂ ਵਰਣਨ ਨਹੀਂ ਕਰ ਸਕਦਾ। ਦੇਖਦਾ ਹਾਂ, ਪਰ ਜੋ ਦੇਖਦਾ ਹਾਂ ਬਿਆਨ ਕਰਨ ਦੀ ਸਮਰੱਥਾ ਨਹੀਂ ਹੈ। ਅੱਜ ਜਿਸ ਵੀ ਕਿਸੇ ਅਭਿਆਸੀ ਨੇ, ਬੜੇ ਪ੍ਰੇਮੀ ਅਤੇ ਅਭਿਆਸੀ ਬੈਠੇ ਨੇ, ਕਦੇ ਬੰਦਗੀ ਕਰਦਿਆਂ ਕੋਈ ਝਲਕ ਮਹਿਸੂਸ ਹੋਈ ਤੇ ਕੀ ਐਕਸਪਲੇਨ ਕਰ ਪਾਓਗੇ? ਪਹਿਲੀ ਗੱਲ ਤਾਂ ਮਿਲਦੀ ਨਹੀਂ, ਅਤੇ ਜੇ ਕਿਸੇ ਦਿਨ ਕੀਰਤਨ ਸੁਣਦਿਆਂ ਕਰਦਿਆਂ ਬੈਠਿਆਂ ਉਹ ਝਲਕ ਦਾ ਕੁਝ ਅਹਿਸਾਸ ਹੋ ਜਾਏ ਅਤੇ ਕੀ ਐਕਸਪਲੇਨ ਸ਼ਬਦ ਹੈਗੇ ਨੇ ਸਾਡੇ ਇਤਨੇ ਤਕੜੇ ਕਿ ਅਸੀਂ ਉਸ ਨੂੰ ਐਕਸਪਲੇਨ ਕਰ ਦਿਆਂ ਕਿ ਹਾਂ ਜੀ ਮੈਂ ਕੀ ਦੇਖਿਆ? ਨਹੀਂ, ਅਸੀਂ ਨਹੀਂ ਕਹਿ ਪਾਵਾਂਗੇ, ਕੋਈ ਵੀ ਨਹੀਂ ਕਹਿ ਪਏਗਾ। ਮਹਾਰਾਜ ਨੇ ਆਪ ਦੱਸਿਆ ਉੱਥੇ ਅਸਮਰੱਥਤਾ ਹੁੰਦੀ ਸਾਡੀ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਉਹ ਰਸ ਆਕਾ ਹੈ, ਰਸ ਹੈ, ਉਹ ਸਵਾਦ ਹੈ, ਆਨੰਦ ਹੈ। ਇਸੇ ਕਰਕੇ ਭਗਤ ਉਸ ਨੂੰ ਮਿੱਠਾ ਕਹਿੰਦੇ ਨੇ ਕਿ ਜਦੋਂ ਤੇਰਾ ਨਾਮ ਲੈਂਦੇ ਆ ਮਿਠਾਸ ਨਾਲ ਤਨ ਮਨ ਭਰ ਜਾਂਦਾ ਹੈ। ਐਸੇ ਗੁਰਮੁਖਾਂ ਨੂੰ ਕਿਤੇ ਮੁਲਾਕਾਤ ਦਾ ਵਕਤ ਮਿਲੇ, ਕਿਸੇ ਪਿਆਰ ਚਾਹ ਕੇ ਦੱਸਦੇ ਨੇ ਅਤੇ ਫਿਰ ਦੱਸਦੇ ਨੇ ਕਿ ਆਹ ਅੱਜ ਐਸਾ ਸਵਾਦ ਆਨੰਦ ਕਿ ਸ਼ਹਿਦ ਵੀ ਫਿੱਕਾ ਲੱਗਦਾ ਹੈ, ਤਨ ਮਨ ਮਿਠਾਸ ਨਾ ਭਰੇ, ਅਤੇ ਕਈ ਕਈ ਦਿਨ ਤੱਕ ਉਹ ਮਿਠਾਸ ਦਾ ਸਰੂਰ ਬਣਿਆ ਰਹਿੰਦਾ ਹੈ। ਕੋਈ ਸੰਸਾਰ ਦੀ ਵਸਤੂ ਮਿੱਠੀ ਲੱਗਦੀ ਨਹੀਂ। ਜਿਵੇਂ ਬਾਬਾ ਜੀ ਕਹਿੰਦੇ ਨੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ। ਮਿੱਠੀਆਂ ਨੇ ਸਾਰੀਆਂ, ਪਰ ਜੋ ਮਿਠਾਸ ਹੈ ਉਹ ਨਹੀਂ
ਕਹਿਣ ਲੱਗੇ ਤੇਰਾ ਰੂਪ ਕੀਨੇ ਹਾਂ, ਬਸ ਫਿਰ ਕੀ ਏਕਤ ਰੂਪ ਫਿਰੈ ਪ੍ਰਛੰਨਾ, ਕੋਈ ਨ ਕਿਸੀ ਹੀ ਜਿਹਾ। ਮਹਾਰਾਜ ਤੇਰੇ ਹੀ ਸਾਰੇ ਸਰੂਪ ਨੇ, ਤੂੰ ਆਪ ਹੀ ਆਪ ਵਿਚਰਦਾ ਤੇ ਆਪ ਹੀ ਆਪ ਰੌਣਕਾਂ ਦੇ ਰਿਹਾ। ਗੁਰਦੇਵ ਕਿਰਪਾ ਕਰਨ। ਸ਼ਬਦ ਦੀਆਂ ਅਗਲੀਆਂ ਗੱਲਾਂ ਆਪਾਂ ਕੱਲ੍ਹ ਬੈਠ ਕੇ ਵਾਚਾਂਗੇ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।